ਲੇਵੀਆਂ ਦੇ ਵਿੱਚ ਅਸੀਂ 13ਵੇਂ ਭਾਵ ਨੂੰ ਦੇਖਦੇ ਪਏ ਹਾਂ। ਸੋ ਫਾਰ ਜਿਹੜੀ ਚੀਜ਼ ਅਸੀਂ ਦੇਖੀ ਆ ਉਹ ਅਸੀਂ ਦੇਖ ਕੇ ਹਟੇ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ जिसले बीमारियां दी हुण गल शुरू हुई है, सब तो पहला कोर्ट दी गल शुरू हुई है, किन्नी उस दे विच किन्नी ज्यादा उस दे विच प्रभु ने जेड़ा बंदा बीमार आ, जेड़ा बंदे उस वो रोग आ, प्रभु किस तरह सारा मंदिर उस दे नाल इन्वॉल्वड, उहदे रहण दे लई उन्हां ने एक वखरी जगह बनाई है। हर हफ्ते उसनूं चैक किया जाता, जो भी दवाई बूटी दिती जाती है वो अपने थां ते वखरी है। सो उसकी देखभाल हो रही है, कौम दे विच वो बीमारी ना बधे उसका बचाव किया जा रहा। सो ये हुण अज दे दिन नहीं कि कोविड हो गई तो 14 दिन के लिए बंदे नूं एक पासे कहता कि तैनूं 14 दिन बाकियां तो वखरे रहना पैना। असीं इत्थे पढ़दे पए प्रभु किस तरह अपने लोगों की संभाल करता पाया, किस तरह अपनी सारी कौम की और एक बंदे की भी, उस एक बंदे की भी संभाल हो रही है और सारी कौम की भी संभाल हो रही है। सो कल असीं देखिया सी कि किस तरह प्रभु यीशु मसीह ने उन्हां कोड़ियां दे उत्ते किरपा की, तंदुरुस्ती देने वाला तो प्रभु आप सीगा। दवाई तो काम कराना प्रभु का काम। सो दवाई ते दुआ दोनों काम कर दिया, कट्ठे होकर काम कर दिया, और प्रभु ने किस तरह अपने लोगों को बचा के रखा। हुण अगे जिहड़े नियम कपड़ियां दे उत्ते जिहड़े नियम आने आ, फिर कोड़ तो बाद शुद्धि दे जिहड़े नियम आने आ, असीं उन्हां नूं देखण जा रहे हैं। 47 आयत तो लैके 47 आयत तो लैके असीं 59 आयत तक देखांगे। मैं पढ़ देनी पास्टर जी। Go ahead. ਇਸ ਬੰਦੀ ਨਿਯਮ, ਜੇਕਰ ਕਿਸੇ ਕੱਪੜੇ ਨੂੰ ਉੱਲੀ ਲੱਗ ਜਾਵੇ, ਚਾਹੇ ਉਹ ਕੱਪੜਾ ਉੱਨੀ ਹੋਵੇ ਜਾਂ ਮਹੀਨ ਮਲਮਲ ਦਾ ਜਾਂ ਤਾਣੀ ਦਾ ਜਾਂ ਉਣ ਕੇ ਬਣਾਇਆ ਹੋਵੇ ਜਾਂ ਕਿਸੇ ਚਮੜੇ ਦੀ ਬਣੀ ਚੀਜ਼ ਦਾ, ਜੇਕਰ ਕੱਪੜੇ ਦਾ ਉਹ ਧੱਬਾ ਹਰੀ ਤੇ ਲਾਲ ਭਾ ਮਾਰਦਾ ਹੈ ਤਾਂ ਇਹ ਉੱਲੀ ਹੈ ਜੋ ਕੋੜ ਬਰਾਬਰ ਹੈ। ਇਸ ਲਈ ਪੁਰੋਹਿਤ ਉਸ ਕੱਪੜੇ ਦੇ ਧੱਬੇ ਦੀ ਜਾਂਚ ਕਰੇ ਅਤੇ ਉਸ ਨੂੰ 7 ਦਿਨਾਂ ਤੱਕ ਵੱਖ ਕਰ ਦੇਵੇ। ਪੁਰੋਹਿਤ 7ਵੇਂ ਦਿਨ ਫਿਰ ਉਸ ਧੱਬੇ ਦੀ ਜਾਂਚ ਕਰੇ ਅਤੇ ਜੇਕਰ ਉਹ ਧੱਬਾ ਕੱਪੜੇ ਤੇ ਹੋਰ ਫੈਲ ਗਿਆ ਹੈ ਤਾਂ ਉਹ ਉੱਲੀ ਦਾ ਰੋਗ ਹੈ ਅਤੇ ਅਸ਼ੁੱਧ ਹੈ। ਇਸ ਲਈ ਪੁਰੋਹਿਤ ਉਸ ਕੱਪੜੇ ਨੂੰ ਅੱਗ ਵਿੱਚ ਸਾੜ ਦੇਵੇ, ਚਾਹੇ ਕੱਪੜੇ ਕਿਸੇ ਵੀ ਚੀਜ਼ ਦਾ ਹੋਵੇ। ਪਰ ਜੇਕਰ ਪੁਰੋਹਿਤ ਆਪਣੀ ਜਾਂਚ ਵਿੱਚ ਦੇਖੇ ਕਿ ਕੱਪੜੇ ਦਾ ਧੱਬਾ ਆਪਣੀ ਥਾਂ ਤੇ ਹੋਰ ਨਹੀਂ ਫੈਲਿਆ, ਪੁਰੋਹਿਤ ਉਸ ਥਾਂ ਤੋਂ ਪਾਣੀ ਨਾਲ ਧੋਣ ਉੱਤੇ ਦੀ ਆਗਿਆ ਦੇਵੇ ਅਤੇ ਉਸ ਨੂੰ 7 ਦਿਨਾਂ ਤੱਕ ਵੱਖ ਕਰ ਦੇਵੇ। ਫਿਰ ਜੇਕਰ ਉਸ ਧੱਬੇ ਦਾ ਰੰਗ ਨਹੀਂ ਬਦਲਿਆ, ਬੇਸ਼ੱਕ ਹੋਰ ਨਾ ਫੈਲਿਆ ਹੋਵੇ, ਤਾਂ ਵੀ ਉਹ ਕੱਪੜਾ ਅਸ਼ੁੱਧ ਹੈ। ਇਸ ਲਈ ਉਸ ਨੂੰ ਅੱਗ ਵਿੱਚ ਸਾੜ ਦਿੱਤਾ ਜਾਵੇ। ਪਰ ਜੇਕਰ ਉਸ ਕੱਪੜੇ ਉਤਲਾ ਧੱਬਾ ਧੋਣ ਨਾਲ ਫਿੱਕਾ ਪੈ ਜਾਵੇ ਤਾਂ ਪੁਰੋਹਿਤ ਉਸ ਨੂੰ ਉਸ ਥਾਂ ਤੋਂ ਪਾੜ ਦੇਵੇ। ਪਰ ਜੇਕਰ ਉਸ ਕੱਪੜੇ ਤੇ ਉਹੋ ਜਿਹਾ ਹੋਰ ਧੱਬਾ ਵੱਧ ਜਾਵੇ ਤਾਂ ਉਸ ਨੂੰ ਅੱਗ ਨਾਲ ਸਾੜ ਦਿੱਤਾ ਜਾਵੇ, ਕਿਉਂਕਿ ਉਸ ਨੂੰ ਉੱਲੀ ਦਾ ਰੋਗ ਹੈ। ਪਰ ਜੇਕਰ ਦੁਬਾਰਾ ਧੋਣ ਤੇ ਉਸ ਕੱਪੜੇ ਦਾ ਧੱਬਾ ਬਿਲਕੁਲ ਸਾਫ਼ ਹੋ ਜਾਵੇ ਤਾਂ ਉਹ ਕੱਪੜਾ ਸ਼ੁੱਧ ਹੈ। ਇਹ ਕੱਪੜੇ ਉਤਲੀ ਉੱਲੀ ਜੋ ਕੋੜ ਦੇ ਬਰਾਬਰ ਹੈ ਦਾ ਨਿਯਮ ਹੈ ਕਿ ਕੋਈ ਕੱਪੜਾ ਸ਼ੁੱਧ ਹੈ ਜਾਂ ਅਸ਼ੁੱਧ, ਬੇਸ਼ੱਕ ਉਹ ਕੱਪੜਾ ਉੱਨੀ ਹੋਵੇ ਜਾਂ ਮਲਮਲ ਦਾ ਜਾਂ ਕੱਤਿਆ ਹੋਵੇ ਜਾਂ ਉਣਿਆ ਜਾਂ ਕਿਸੇ ਵੀ ਤਰ੍ਹਾਂ ਦੇ ਚਮੜੇ ਦਾ ਹੋਵੇ। ਆਮੀਨ। ਹੁਣ ਜਿਹੜੇ ਇਹ ਨਿਯਮ ਸਾਰੇ ਦਿੱਤੇ ਜਾ ਰਹੇ ਆ, ਇਹ ਇਸ ਕਰਕੇ ਦਿੱਤੇ ਜਾ ਰਹੇ ਕਿਉਂਕਿ ਜਿੱਥੋਂ ਇਹ ਆਏ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ। ਉੱਲੀ ਕੀ ਹੁੰਦੀ ਹੈ? ਉੱਲੀ ਬੇਸਿਕਲੀ ਇੱਕ ਤੁਸੀਂ ਇਹ ਕਹਿ ਸਕਦੇ ਕਿ ਮਸ਼ਰੂਮ ਜਿਹੜੀ ਹੁੰਦੀ ਹੈ ਨਾ, ਉਸ ਦੇ ਵਿੱਚੋਂ ਉਸ ਦੀ ਇੱਕ ਨਸਲ ਆ। ਮਸ਼ਰੂਮ ਬੇਸਿਕਲੀ ਉੱਲੀ ਆ ਜਿਹੜੀ ਆਪਾਂ ਮਸ਼ਰੂਮਸ ਖਾਂਦੇ ਆ ਨਾ, ਔਰ ਦੁਨੀਆ ਦੇ ਵਿੱਚ ਕੋਈ ਤੁਸੀਂ ਇਹ ਕਹਿ ਲਓ ਕਿ 10 ਜਾਂ 20% ਮਸ਼ਰੂਮਸ ਐਸੀਆਂ ਹਨ ਜਿਹੜੀਆਂ ਅਸੀਂ ਖਾ ਸਕਦੇ ਹਾਂ, ਜਿਹੜੀਆਂ ਬਾਕੀ ਦੀਆਂ ਹੈ ਉਹ ਸਾਰੀਆਂ ਸਾਡੇ ਲਈ ਡੇਂਜਰਸ ਆ। ਜਿਸ ਤਰ੍ਹਾਂ ਕਿ ਹੁਣ ਇੰਡੀਆ ਦੇ ਵਿੱਚ ਉਹਨਾਂ ਨੇ ਜਿਹੜੇ ਮਰੀਜ਼ ਸੀਗੇ ਉਹਨਾਂ ਨੂੰ ਆਕਸੀਜਨ ਦਾ ਘਾਟਾ ਪੈ ਗਿਆ, ਆਕਸੀਜਨ ਨਹੀਂ ਮਿਲਦੀ ਪਈ। ਨਾ ਮੈਡੀਕਲ ਗ੍ਰੇਡ ਆਕਸੀਜਨ ਜਿਹੜੀ ਉਹ ਵੱਖਰੀ ਹੁੰਦੀ ਆ, ਔਰ ਜਿਹੜੀ ਕਮਰਸ਼ੀਅਲ ਗ੍ਰੇਡ ਜਿਹੜੀ ਹੁੰਦੀ, ਜਿਹੜੀ ਅਸੀਂ ਵੈਲਡਿੰਗ ਵਗੈਰਾ ਦੇ ਵਿੱਚ ਵਰਤਦੇ ਹਾਂ, ਉਹ ਜਿਹੜੀ ਆਕਸੀਜਨ ਹੁੰਦੀ ਆ ਉਹ ਕਮਰਸ਼ੀਅਲ ਗ੍ਰੇਡ ਆਕਸੀਜਨ ਉਹਨਾਂ ਹਾਈ ਲੈਵਲ ਦੀ ਨਹੀਂ ਹੁੰਦੀ, ਲੇਕਿਨ ਉਹਨਾਂ ਕੋਲ ਚੋਇਸ ਨਹੀਂ ਸੀ। ਸੋ ਉਹਨਾਂ ਨੇ
ਕਮਰਸ਼ੀਅਲ ਗ੍ਰੇਡ ਜਿਹੜੀ ਆਕਸੀਜਨ ਸੀ ਉਹ ਲੋਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ। ਉਸ ਦੇ ਰਾਹੀਂ ਜਿਹੜੀ ਲੋਕਾਂ ਦੇ ਸਾਈਨਸਿਸ ਦੇ ਵਿੱਚ ਅੰਦਰ ਬਲੈਕ ਫੰਗਸ ਤੇ ਵਾਈਟ ਫੰਗਸ ਜਿਹੜੀ ਉਹ ਪੈਦਾ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਉਹਨਾਂ ਨੂੰ ਉਹਨਾਂ ਦੀਆਂ ਅੱਖਾਂ ਕੱਢਣੀਆਂ ਪਈਆਂ। ਕਈਆਂ ਦਾ ਪੂਰਾ ਕੰਨ ਦਾ ਏਰੀਆ ਰਿਮੂਵ ਕਰਨਾ ਪਿਆ ਉਹਨਾਂ ਨੂੰ। ਲੇਕਿਨ ਬਹੁਤ ਸਾਰੇ ਲੋਕ ਉਸ ਦੇ ਨਾਲ ਮਰ ਗਏ। ਸੋ ਪ੍ਰਭੂ ਕੀ ਕਹਿ ਰਿਹਾ? ਇਹ ਤਾਂ ਚੀਜ਼ਾਂ ਹੁਣ ਸਾਨੂੰ ਅੱਜ ਪਤਾ ਆ ਨਾ, ਲੇਕਿਨ ਇਹ ਕੀ ਇੱਥੇ ਪ੍ਰਭੂ ਉਹਨਾਂ ਨੂੰ ਇਹ ਦੱਸਦਾ ਪਿਆ। ਕੱਪੜਾ ਜਿਹੜਾ ਸੀ ਉਹਨਾਂ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਅਸੀਂ ਗਾਇਆਂ ਤੇ ਕੱਪੜਾ ਲਿਆਂਦਾ। ਇਟ ਵਾਸ ਇਹ ਬੜਾ, ਜਿੱਦਾਂ ਕਿ ਤੁਸੀਂ ਇਹ ਕਹਿ ਲਓ ਕਿ ਕੱਪੜੇ ਇਨਸਾਨ ਦੇ ਕੋਲੋਂ ਪੂਰੇ ਹੋਣੇ ਜਿਹੜੇ ਉਹ ਬੜੀ ਵੱਡੀ ਬਲੈਸਿੰਗ ਗਿਣੀ ਜਾਂਦੀ ਸੀ, ਬਹੁਤ ਵੱਡੀ ਬਲੈਸਿੰਗ ਗਿਣੀ ਜਾਂਦੀ ਸੀ। ਅਸੀਂ ਗਾਂ ਜਾ ਕੇ ਪੜ੍ਹਨਾ ਕਿ ਜੇ ਕੋਈ ਤੈਨੂੰ ਜੇ ਕੋਈ ਆਪਣਾ ਜਿਹੜਾ ਹੈਗਾ ਉਹ ਜਿਹੜਾ ਉਹਨਾਂ ਨੇ ਉੱਤੇ ਲਿਆ ਹੁੰਦਾ ਸੀਗਾ, ਆਪਣਾ ਚੋਗਾ ਤੇਰੇ ਕੋਲ ਰੱਖ ਕੇ ਰਹਿਣੇ ਜਾਵੇ ਤਾਂ ਰਾਤ ਦੇ ਵੇਲੇ ਤੂੰ ਉਸ ਨੂੰ ਵਾਪਸ ਕਰ ਦੇ। ਕਿਉਂ? ਸ਼ਾਇਦ ਉਸਦੇ ਕੋਲ ਉਹੀ ਇੱਕ ਚੀਜ਼ ਹੋਵੇ ਜਿਸ ਦੇ ਨਾਲ ਉਹ ਸੌਂਦਾ ਹੋਵੇ। ਸੋ ਇਹ ਕੋਈ ਜਿੱਦਾਂ ਅੱਜ ਸਾਡੇ ਕੋਲ ਹਰੇਕ ਜਗ੍ਹਾ ਤੇ ਚੀਜ਼ਾਂ ਪਈਆਂ, ਏਦਾਂ ਨਹੀਂ ਹੁੰਦੀਆਂ ਸੀਗੀਆਂ। ਸੋ ਇਹ ਬੜੀ ਇੱਕ ਤਰ੍ਹਾਂ ਦੀ ਜਿੱਦਾਂ ਤੁਸੀਂ ਇਹ ਕਹਿ ਲਓ ਕਿ ਫਿਰ ਉਹ ਪੁਰੋਹਿਤ ਦੇ ਕੋਲ ਦੇਖੋ ਹਰੇਕ ਚੀਜ਼ ਜਿਹੜੀ ਆ ਪ੍ਰਭੂ ਨੇ ਇੱਕ ਜਿਹੜਾ ਸਾਰੀਆਂ ਚੀਜ਼ਾਂ ਦੇ ਲਈ ਇੱਕ ਸੈਂਟਰ ਬਣਾ ਦਿੱਤਾ। ਉਹ ਸੈਂਟਰ ਹੈ ਪ੍ਰਭੂ ਦਾ ਘਰ ਔਰ ਪ੍ਰੋਤਾਈ। ਸੋ ਅਸੀਂ ਜਿਹੜਾ ਹੁਣ ਅਸੀਂ ਕਹਿੰਦੇ ਪਏ ਕਿ ਜੀ ਜਿਹੜਾ ਪੁਰੋਹਿਤ ਜਿਹੜਾ ਉਹ ਉਸਨੂੰ ਕੋਈ ਜ਼ਮੀਨ ਨਹੀਂ ਦਿੱਤੀ ਗਈ, ਪੁਰੋਹਿਤ ਦਾ ਮੰਦਿਰ ਦਾ ਕੰਮ ਕਰਦਾ ਸੀ। ਹੁਣ ਇੱਥੋਂ ਅਸੀਂ ਦੇਖਦੇ ਪਏ ਕਿ ਪੁਰੋਹਿਤਾਂ ਦੇ ਕੰਮ ਕਿੰਨੇ ਸੀਗੇ, ਰਾਈਟ? ਪੁਰੋਤਾਈ ਸੇਵਾ ਸਿਰਫ ਇਹੋ ਹੀ ਨਹੀਂ ਸੀ ਕਿ ਸਵੇਰੇ ਸ਼ਾਮ ਉਪਾਸਨਾ ਕਰਨੀ, ਇਹ ਸਾਰੇ ਕੰਮ ਵੀ ਪੁਰੋਤਾਈ ਦੇ ਕੰਮ ਹੁੰਦੇ ਸੀ। ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਇਹਨਾਂ ਕੰਮਾਂ ਦੇ ਲਈ ਵੱਖਰੇ ਕਰ ਦਿੱਤਾ ਸੀ। ਸੋ ਉਸਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਉਹ ਜਿਹੜੀ ਉਸ ਦੇ ਉੱਤੇ ਜਿਹੜਾ ਨਿਸ਼ਾਨ ਆ, ਜਿਹੜੀ ਫੰਗਸ ਆ, ਜਿਹੜੀ ਉੱਲੀ ਆ, ਜੇ ਉਹ ਵੱਧਦੀ ਚਲੀ ਜਾਂਦੀ ਪਈ ਆ ਤੇ ਹੋ ਸਕਦਾ ਕਿ ਇਹ ਡੇਂਜਰਸ ਹੋਵੇ ਔਰ ਤੇਰੇ ਬਾਕੀ ਦੇ ਕੱਪੜਿਆਂ ਨੂੰ ਵੀ ਖਰਾਬ ਕਰ ਦੇ ਔਰ ਉਸਦੇ ਨਾਲ ਨਾਲ ਜਿਹੜੇ ਬਾਕੀ ਦੀ ਕੌਮ ਆ ਉਹਨਾਂ ਦੇ ਕੱਪੜਿਆਂ ਨੂੰ ਵੀ ਖਰਾਬ ਕਰ ਦੇ। ਸੋ ਉਸਨੂੰ ਇਸ ਕਰਕੇ ਉਹ ਮੰਦਿਰ ਦੇ ਵਿੱਚ ਲੈ ਕੇ ਆਉਂਦੇ ਸੀ ਔਰ ਉੱਥੇ ਇੱਕ ਸਪੈਸ਼ਲ ਸਾਰਾ ਉਹਨਾਂ ਕੋਲ ਹੁੰਦਾ ਸਾਫ਼ ਕਰਨ ਦਾ ਸਾਰਾ ਕੁਝ। ਪਰ ਅਗਰ ਉਹ ਨਹੀਂ ਕੱਪੜਾ ਸਾਫ਼ ਹੁੰਦਾ ਸੀ ਤਾਂ ਫਿਰ ਉਸਨੂੰ ਸਾੜ ਦੇ। ਕਾਹਦੇ ਵਾਸਤੇ? ਲੋਕਾਂ ਦੇ ਬਚਾਅ ਦੇ ਲਈ, ਉਹਨਾਂ ਦੀ ਜਾਨ ਨੂੰ ਬਚਾਉਣ ਦੇ ਲਈ, ਤਾਂ ਕਿ ਇਸ ਦੇ ਨਾਲ ਉਹਨਾਂ ਨੂੰ ਕਿਸੇ ਕਿਸਮ ਦੀ ਬਿਮਾਰੀ ਨਾ ਲੱਗੇ। ਸੋ ਪਰ ਉਹਨਾਂ ਨੂੰ ਕਿੱਦਾਂ ਦੱਸਣਾ ਪਿਆ? ਆਹ ਅਪਵਿੱਤਰ ਆ ਤੇ ਆਹ ਅਪਵਿੱਤਰ ਆ। ਵਿਚਲਾ ਰੀਜ਼ਨ ਕੀ ਆ? ਵਿਚਲਾ ਰੀਜ਼ਨ ਇਹ ਹੈ ਕਿ ਪ੍ਰਭੂ ਉਹਨਾਂ ਦੀ ਜਾਨ ਨੂੰ ਬਚਾਉਂਦਾ ਪਿਆ। ਸੋ ਆਓ ਅਸੀਂ 14ਵੇਂ ਚੈਪਟਰ ਤੇ ਆ ਗਏ ਹਾਂ ਔਰ 14ਵੇਂ ਚੈਪਟਰ ਦੇ ਵਿੱਚ ਹੁਣ ਪ੍ਰਭੂ ਨੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਕਿਸ ਤਰ੍ਹਾਂ, ਜਿਸ ਲਈ ਤੁਸੀਂ ਸ਼ੁੱਧ ਹੋ ਜਾਂਦੇ ਆ, ਜਿਸ ਲਈ ਪ੍ਰਭੂ ਨੇ ਤੁਹਾਨੂੰ ਸ਼ੁੱਧ ਕਰ ਦਿੱਤਾ ਹੈਗਾ, ਤਾਂ ਤੁਸੀਂ ਕਿਸ ਤਰ੍ਹਾਂ ਪ੍ਰਭੂ ਦੇ ਘਰ ਆਉਣਾ ਤਾਂ ਕਿ ਸਾਰੀ ਕੌਮ ਨੂੰ ਪਤਾ ਲੱਗੇ ਕਿ ਇਹ ਬੰਦਾ ਹੁਣ ਸ਼ੁੱਧ ਆ। ਸੋ ਆਓ 14ਵਾਂ ਭਾਵ ਅਸੀਂ ਇੱਥੇ ਦੇਖੀਏ, ਕਿਉਂਕਿ ਪ੍ਰਭੂ ਅਸੀਂ ਦੇਖਿਆ ਸੀ ਕਿ ਪ੍ਰਭੂ ਯਿਸੂ ਨੇ ਕਿਹਾ ਸੀ ਜਾ ਕੇ ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾਓ, ਪ੍ਰਭੂ ਨੇ ਕਿਹਾ ਸੀ। ਸੋ ਇਹ ਅਸੀਂ ਹੁਣ ਉਸ ਚੈਪਟਰ ਤੇ ਆ ਗਏ। ਆਓ ਇਸਨੂੰ ਦੇਖੀਏ 14ਵਾਂ ਚੈਪਟਰ, ਉਸ ਦੀ 1 ਤੋਂ ਲੈ ਕੇ ਅਸੀਂ 32 ਆਇਤ ਤੱਕ ਦੇਖਾਂਗੇ। ਪੜ੍ਹਨਾ ਪਾਸ਼ੀ ਕੋੜ ਦੇ ਪਿੱਛੋਂ ਸ਼ੁੱਧੀ ਦਾ ਨਿਯਮ। ਪ੍ਰਭੂ ਨੇ ਮੂਸਾ ਨੂੰ ਕਿਹਾ, ਕੋੜ ਵਾਲੇ ਮਨੁੱਖ ਦੇ ਚੰਗੇ ਹੋਣ ਦੇ ਪਿੱਛੋਂ ਉਸ ਦੀ ਸ਼ੁੱਧ ਹੋਣ ਦਾ ਇਹ ਨਿਯਮ ਹੈ, ਉਸ ਮਨੁੱਖ ਨੂੰ ਪੁਰੋਹਿਤ ਕੋਲ ਲਿਆਂਦਾ ਜਾਵੇ। ਪੁਰੋਹਿਤ ਉਸ ਮਨੁੱਖ ਨੂੰ ਨਗਰ ਤੋਂ ਬਾਹਰ ਲੈ ਜਾਵੇ ਅਤੇ ਉਸ ਦੀ ਜਾਂਚ ਕਰੇ। ਜੇਕਰ ਉਸ ਮਨੁੱਖ ਦਾ ਕੋੜ ਚੰਗਾ ਹੋ ਗਿਆ ਹੈ ਤਾਂ ਪੁਰੋਹਿਤ ਉਸ ਮਨੁੱਖ ਨੂੰ ਜਿਉਂਦਾ ਸ਼ੁੱਧ ਪੰਛੀ, ਦਿਆਰ ਦੀ ਲੱਕੜੀ, ਸੰਦੂਰੀ ਰੰਗ ਦਾ ਕੱਪੜਾ ਅਤੇ ਜੂਫਾ ਲਿਆਉਣ ਲਈ ਕਹੇ। ਪੰਛੀਆਂ ਵਿੱਚੋਂ ਪੁਰੋਹਿਤ ਦੇ ਕਹਿਣ ਤੇ ਇੱਕ ਪੰਛੀ ਵਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਕੱਟ ਦਿੱਤਾ ਜਾਵੇ। ਪੁਰੋਹਿਤ ਦੂਜੇ ਪੰਛੀ ਨੂੰ ਦਿਆਰ ਦੀ ਲੱਕੜ, ਸੰਦੂਰੀ ਕੱਪੜੇ ਅਤੇ ਜੂਫੇ ਸਮੇਤ ਪਹਿਲੇ ਕੱਟੇ ਗਏ ਪੰਛੀ ਦੇ ਲਹੂ ਵਿੱਚ ਡੋਬ ਦੇਵੇ। ਤਦ ਉਹ 7 ਵਾਰ ਉਸ ਲਹੂ ਨੂੰ ਕੋੜ ਤੋਂ ਸ਼ੁੱਧ ਹੋਣ ਵਾਲੇ ਮਨੁੱਖ ਤੇ ਛਿੜਕੇ ਅਤੇ ਉਸਨੂੰ ਸ਼ੁੱਧ ਘੋਸ਼ਿਤ ਕਰੇ।
ਪ੍ਰੋਹਤ ਦੂਜੇ ਪੰਛੀ ਨੂੰ ਖੇਤ ਵਿੱਚ ਖੁੱਲਿਆਂ ਉਡਾ ਦੇਵੇ। ਤਦ ਸ਼ੁੱਧ ਹੋਇਆ ਮਨੁੱਖ ਆਪਣੇ ਕੱਪੜੇ ਧੋਵੇ, ਆਪਣੇ ਸਭ ਵਾਲ ਵੀ ਕੱਟੇ ਅਤੇ ਪਾਣੀ ਨਾਲ ਨਹਾਵੇ ਅਤੇ ਫਿਰ ਨਗਰ ਦੇ ਅੰਦਰ ਆ ਜਾਵੇ। ਪਰ ਉਹ 7 ਦਿਨ ਆਪਣੇ ਸਰੀਰ ਦੇ ਸਾਰੇ ਵਾਲਾਂ ਦੀ ਹਜਾਮਤ ਕਰਵਾਏ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਇਸ ਤਰ੍ਹਾਂ ਉਹ ਸ਼ੁੱਧ ਹੋਵੇਗਾ। ਫਿਰ ਉਹ ਮਨੁੱਖ 8ਵੇਂ ਦਿਨ ਵੱਜ ਰਹਿਤ 2 ਲੇਲੇ ਅਤੇ 1 ਲੇਲੀ 1 ਸਾਲ ਦੀ 3 ਕਿਲੋ ਤੇਲ ਮਿਲਿਆ ਮੈਦਾ ਅਤੇ 250 ਗ੍ਰਾਮ ਦੇ ਲਗਭਗ ਤੇਲ ਪੁਰੋਹਿਤ ਉਹ ਲੈ ਕੇ ਆਏ। ਤਦ ਪ੍ਰੋਹਤ ਉਸ ਮਨੁੱਖ ਅਤੇ ਉਸ ਦੀ ਬਲੀ ਦੀਆਂ ਇਹਨਾਂ ਚੀਜ਼ਾਂ ਸਣੇ ਸੰਗਤ ਦੇ ਤੰਬੂ ਦੇ ਬੂਹੇ ਦੇ ਸਾਹਮਣੇ ਲੈ ਜਾਵੇ। ਫਿਰ ਪ੍ਰੋਹਤ 1 ਲੇਲੇ ਨੂੰ ਲੈ ਕੇ ਅਪਰਾਧ ਬਲੀ ਕੱਟੇ ਅਤੇ 250 ਗ੍ਰਾਮ ਤੇਲ ਲੈ ਕੇ ਪ੍ਰਭੂ ਦੇ ਸਾਹਮਣੇ ਹਿਲਾਉਣ ਦੀ ਭੇਟ ਚੜਾਵੇ। ਪ੍ਰੋਹਤ ਲੇਲੇ ਨੂੰ ਜੋ ਅਪਰਾਧ ਬਲੀ ਹੈ ਅਤੇ ਅਤ ਪਵਿੱਤਰ ਹੈ ਨੂੰ ਪਵਿੱਤਰ ਥਾਂ ਦੇ ਅੰਦਰ ਉਸ ਥਾਂ ਤੇ ਕੱਟੇ ਜਿੱਥੇ ਪਾਪ ਬਲੀ ਅਤੇ ਹੋਮ ਬਲੀ ਕੱਟੀ ਜਾਂਦੀ ਹੈ। ਫਿਰ ਉਹ ਉਸ ਬਲੀ ਦੇ ਲਹੂ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਮਨੁੱਖ ਦੇ ਕੰਨ ਦੀ ਸੱਜੀ ਪਾਪੜੀ, ਸੱਜੇ ਹੱਥ ਪੈਰ ਦੇ ਅੰਗੂਠਿਆਂ ਉੱਤੇ ਲਾਵੇ। ਇਸ ਦੇ ਪਿੱਛੋਂ ਉਹ ਕੁਝ ਤੇਲ ਲੈ ਕੇ ਆਪਣੇ ਖੱਬੇ ਹੱਥ ਦੀ ਹਥੇਲੀ ਤੇ ਡੋਲੇ ਅਤੇ ਆਪਣੇ ਸੱਜੇ ਹੱਥ ਦੀ ਸੱਜੀ ਉਂਗਲੀ ਹਥੇਲੀ ਵਿਚਲੇ ਤੇਲ ਵਿੱਚ ਡੋਬ ਕੇ 7 ਵਾਰ ਪ੍ਰਭੂ ਦੇ ਸਾਹਮਣੇ ਛਿੜਕੇ। ਜੋ ਤੇਲ ਉਸ ਦੀ ਖੱਬੀ ਹਥੇਲੀ ਤੇ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਅਤੇ ਸੱਜੇ ਹੱਥ ਪੈਰ ਦੇ ਅੰਗੂਠਿਆਂ ਤੇ ਅਪਰਾਧ ਬਲੀ ਦੇ ਲਹੂ ਤੇ ਡੋਲ ਦੇਵੇ। ਜੋ ਅਜੇ ਵੀ ਬਾਕੀ ਤੇਲ ਉਸ ਦੀ ਹਥੇਲੀ ਤੇ ਬਚ ਜਾਵੇ ਉਹ ਉਸ ਮਨੁੱਖ ਦੇ ਸਿਰ ਤੇ ਡੋਲ ਦੇਵੇ। ਇਸ ਤਰ੍ਹਾਂ ਪ੍ਰੋਹਿਤ ਉਸ ਮਨੁੱਖ ਦਾ ਸ਼ੁੱਧੀਕਰਨ ਕਰੇ। ਪ੍ਰੋਹਤ ਪਹਿਲਾਂ ਪਾਪ ਬਲੀ ਉਸ ਸ਼ੁੱਧ ਹੋਣ ਵਾਲੇ ਮਨੁੱਖ ਦੀ ਵੱਲੋਂ ਚੜਾਏ ਅਤੇ ਪਿੱਛੋਂ ਹੋਮ ਬਲੀ ਵੀ। ਹੋਮ ਬਲੀ ਅਤੇ ਅਨਾਜ ਦੀ ਭੇਂਟ ਵੇਦੀ ਉੱਤੇ ਚੜਾਈ ਜਾਵੇ। ਇਸ ਤਰ੍ਹਾਂ ਪ੍ਰੋਹਿਤ ਉਸ ਮਨੁੱਖ ਦੇ ਲਈ ਮਾਫੀ ਦੀ ਬਲੀ ਚੜਾਵੇ ਤਾਂ ਉਹ ਮਨੁੱਖ ਸ਼ੁੱਧ ਹੋ ਜਾਵੇਗਾ। ਪਰ ਜੇਕਰ ਸ਼ੁੱਧ ਹੋਣ ਵਾਲਾ ਮਨੁੱਖ ਗਰੀਬ ਹੈ ਤਾਂ ਉਹ ਅਪਰਾਧ ਦੇ ਹਿਲਾਉਣ ਲਈ ਕੇਵਲ 1 ਲੇਲਾ ਲੈ ਆਵੇ ਅਤੇ ਅਨਾਜ ਦੀ ਭੇਂਟ ਲਈ ਕੇਵਲ ਲਗਭਗ 1 ਕਿਲੋ ਮੈਦਾ ਅਤੇ 250 ਗ੍ਰਾਮ ਤੇਲ ਲੈ ਆਵੇ। ਪਾਪ ਬਲੀ ਅਤੇ ਹੋਮ ਬਲੀ ਲਈ 2 ਕਬੂਤਰ ਜਾਂ 2 ਘੁੱਗੀਆਂ ਲੈ ਆਵੇ। ਇਹ ਸਭ ਚੀਜ਼ਾਂ ਲੈ ਕੇ ਉਹ 8ਵੇਂ ਦਿਨ ਸੰਗਤ ਦੇ ਤੰਬੂ ਦੇ ਬੂਹੇ ਕੋਲ ਪ੍ਰਭੂ ਦੇ ਸਾਹਮਣੇ ਪ੍ਰੋਹਤ ਕੋਲ ਆਵੇ। ਤਦ ਪ੍ਰੋਹਤ ਅਪਰਾਧ ਬਲੀ ਦੇ ਲੇਲੇ ਅਤੇ ਤੇਲ ਨੂੰ ਲੈ ਕੇ ਪ੍ਰਭੂ ਦੇ ਸਾਹਮਣੇ ਹਿਲਾਉਣ ਦੀ ਭੇਂਟ ਕਰਕੇ ਚੜਾਵੇ। ਫਿਰ ਉਹ ਅਪਰਾਧ ਬਲੀ ਦੇ ਲੇਲੇ ਨੂੰ ਕੱਟ ਕੇ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਮਨੁੱਖ ਦੇ ਸੱਜੇ ਕੰਨ ਦੀ ਪਾਪੜੀ ਅਤੇ ਉਸ ਦੇ ਸੱਜੇ ਹੱਥ ਪੈਰ ਦੇ ਅੰਗੂਠਿਆਂ ਉੱਤੇ ਲਾਵੇ। ਇਸ ਦੇ ਪਿੱਛੋਂ ਪ੍ਰੋਹਤ ਕੁਝ ਤੇਲ ਆਪਣੇ ਖੱਬੇ ਹੱਥ ਦੀ ਹਥੇਲੀ ਉੱਤੇ ਪਾਵੇ ਅਤੇ ਸੱਜੇ ਹੱਥ ਦੀ ਸੱਜੀ ਉਂਗਲੀ ਨਾਲ ਹਥੇਲੀ ਤੋਂ ਕੁਝ ਤੇਲ ਲੈ ਕੇ 7 ਵਾਰ ਪ੍ਰਭੂ ਦੇ ਸਾਹਮਣੇ ਛਿੜਕੇ। ਹਥੇਲੀ ਤੋਂ ਕੁਝ ਤੇਲ ਉਹ ਉਸ ਮਨੁੱਖ ਦੇ ਸੱਜੇ ਕੰਨ ਦੀ ਪਾਪੜੀ ਅਤੇ ਉਸ ਦੇ ਸੱਜੇ ਹੱਥ ਪੈਰ ਦੇ ਅੰਗੂਠਿਆਂ ਉੱਤੇ ਅਪਰਾਧ ਬਲੀ ਦੇ ਲਹੂ ਤੇ ਲਾਵੇ। ਹਥੇਲੀ ਦਾ ਬਾਕੀ ਬਚਿਆ ਤੇਲ ਉਹ ਸ਼ੁੱਧ ਹੋਣ ਵਾਲੇ ਮਨੁੱਖ ਦੇ ਸਿਰ ਤੇ ਡੋਲ ਦੇਵੇ। ਇਹ ਕਰਨ ਦੇ ਪਿੱਛੋਂ ਪ੍ਰੋਹਤ 1 ਕਬੂਤਰ ਜਾਂ ਘੁੱਗੀ ਪਾਪ ਬਲੀ ਅਤੇ ਹੋਮ ਬਲੀ ਦੇ ਲਈ ਚੜਾਉਣ। ਇਹ ਉਸ ਮਨੁੱਖ ਦੀ ਪਹੁੰਚ ਅਨੁਸਾਰ ਹੋਵੇ। ਪ੍ਰੋਹਤ ਸ਼ੁੱਧ ਹੋਣ ਵਾਲੇ ਮਨੁੱਖ ਦੀ ਵੱਲੋਂ ਇਸ ਤਰ੍ਹਾਂ ਮਾਫੀ ਪ੍ਰਾਪਤੀ ਦੀ ਬਲੀ ਚੜਾਵੇ। ਇਹ ਨਿਯਮ ਉਸ ਕੋਟ ਤੋਂ ਸ਼ੁੱਧ ਹੋਣ ਵਾਲੇ ਮਨੁੱਖ ਦੀ ਵੱਲੋਂ ਹੈ ਜੋ ਸ਼ੁੱਧੀ ਦੀ ਬਲੀ ਦੇਣ ਦੇ ਯੋਗ ਨਹੀਂ ਹੈ। ਨਾਈਸ ਰੀਡਿੰਗ ਹੈ, ਰੀਅਲੀ ਲਾਈਕ ਇਟ। ਦੇਖੋ ਇੱਥੇ ਅਸੀਂ ਕੀ ਦੇਖਦੇ ਪਏ ਹਾਂ, ਕੀ ਇਹ ਸਾਰਾ ਕੁਝ ਹੁੰਦਾ ਪਿਆ। ਇਹ ਇੱਕ ਬੰਦਾ ਜਿਸ ਨੂੰ ਜਿਹੜਾ ਆਪਣੇ ਕੱਪੜੇ ਤੇ ਆਪਣੇ ਮੂੰਹ ਦੇ ਉੱਤੇ ਕੱਪੜਾ ਬੰਨ੍ਹ ਕੇ ਇੱਕ ਤਰ੍ਹਾਂ ਦੇ ਫਟੇ ਹੋਏ ਕੱਪੜੇ ਪਾ ਕੇ ਆਪਣੇ ਹੱਥ ਦੇ ਵਿੱਚ ਲਾਠੀ ਲੈ ਕੇ, ਔਰ ਕਈ ਵਾਰੀ ਉਹਨਾਂ ਨੇ ਆਪਣੇ ਹੱਥ ਗਾਂਹ ਜਾ ਕੇ ਦੱਸਿਆ ਜਾਣਾ ਕਿ ਉਹਦੇ ਹੱਥ ਦੇ ਵਿੱਚ ਟੱਲੀ ਵੀ ਹੁੰਦੀ ਸੀ, ਉਸਨੂੰ ਉਹ ਵਜਾਉਂਦਾ ਤੁਰਿਆ ਆ ਔਰ ਉਹ ਇਹ ਕਹਿੰਦਾ ਜਾ ਰਿਹਾ ਕਿ ਅਸ਼ੁੱਧ ਅਸ਼ੁੱਧ ਅਸ਼ੁੱਧ। ਔਰ ਜਿਹੜੇ ਲੋਕ ਆ ਉਸਦੀ ਆਵਾਜ਼ ਨੂੰ ਸੁਣ ਕੇ ਆਪਣਾ ਰਸਤਾ ਛੱਡ ਦਿੰਦੇ ਔਰ ਇੱਕ ਪਾਸੇ ਹੋ ਜਾਂਦੇ, ਉਹ ਤੋਂ ਦੂਰ ਹੋ ਜਾਂਦੇ ਔਰ ਉਸ ਨੂੰ ਉਹ ਲੈ ਕੇ ਆਪਣੇ ਆਪ ਨੂੰ ਉਹ ਤੁਰਿਆ ਜਾ ਰਿਹਾ। ਹੁਣ ਹਰ ਇਨਸਾਨ ਨੂੰ ਬੇਸਿਕਲੀ ਉਸ ਕਮਿਊਨਿਟੀ ਦੇ ਵਿੱਚ ਪਤਾ ਜਿੱਥੇ ਉਹ ਰਹਿੰਦਾ ਪਿਆ, ਜਿਹੜੇ ਵੀ ਪਿੰਡ ਦੇ ਵਿੱਚ ਰਹਿੰਦਾ ਪਿਆ ਜਾਂ ਜਿਹੜੇ ਵੀ ਉਹ ਕਬੀਲੇ ਦਾ ਬੰਦਾ ਆ, ਉਹਨਾਂ ਸਾਰਿਆਂ ਘਰਾਣਿਆਂ ਨੂੰ ਪਤਾ ਹੈ ਕਿ ਇਹ ਬੰਦਾ ਅਸ਼ੁੱਧ, ਇਸ ਨੂੰ ਬਿਮਾਰੀ ਆ। ਇਹ ਬਿਮਾਰੀ ਉਹ ਬਿਮਾਰੀ ਆ ਜਿਹੜੀ ਫੈਲ ਸਕਦੀ। ਸੋ ਉਹਦੇ ਉੱਤੇ ਇੱਕ ਤੁਸੀਂ ਇਹ ਕਹਿ ਲਓ ਕਿ ਉਹਦੇ ਮੱਥੇ ਤੇ ਇੱਕ ਕਲੰਕ ਲੱਗਾ ਹੈ ਔਰ ਪ੍ਰਭੂ ਦੇ ਲਈ ਤਾਂ ਉਹ ਕਲੰਕਤ ਨਹੀਂ, ਪਰ ਜਿਹੜੇ ਲੋਕਾਂ ਦੇ ਮਨ ਦੇ ਅੰਦਰ ਡਰ ਆ ਉਸਦੇ ਨਾਲ ਔਰ ਉਸਦੇ ਨਾਲ ਇੱਕ ਕਈਆਂ ਦੇ ਦਿਲ ਦੇ ਵਿੱਚ ਉਹਦੇ ਲਈ
ਉਹਦੇ ਲਈ ਵੇਖਾ ਕਿ ਉਹਦਾ ਦਾ ਦਿਲ ਉਹਦੇ ਲਈ ਰੋਂਦਾ ਪਿਆ, ਕੁਛ ਉਹਦੇ ਤੋਂ ਨਫ਼ਰਤ ਕਰਦੇ ਪਏ ਆ। ਪਰ ਰਿਜ਼ਲਟ ਇਹ ਹੋਈ ਆ ਕਿ ਸਾਰੇ ਦੇ ਸਾਰੇ ਲੋਕ ਉਸ ਤੋਂ ਪਰੇ ਰਹਿੰਦੇ, ਈਵਨ ਉਸਦੇ ਆਪਣੇ ਘਰ ਵਾਲੇ ਵੀ ਉਸ ਤੋਂ ਪਰੇ ਰਹਿੰਦੇ। ਉਹ ਸ਼ਹਿਰ ਦੇ ਵਿੱਚ ਆ ਨਹੀਂ ਸਕਦਾ, ਜੇ ਉਹ ਆਵੇ ਤਾਂ ਉਹ ਇਸ ਤਰ੍ਹਾਂ ਆਉਂਦਾ ਪਿਆ। ਸ਼ਹਿਰ ਦੇ ਬਾਹਰ ਜਾ ਕੇ ਉਸਨੂੰ ਉਸ ਜਗ੍ਹਾ ਦੇ ਵਿੱਚ ਬੇਸਿਕਲੀ ਉਹ ਰੋਟੀ ਉੱਥੇ ਛੱਡੇ ਆਉਂਦੇ ਆ। ਪਹਿਲਾਂ ਜਾ ਕੇ ਰੋਟੀ ਰੱਖ ਦੇਣੀ, ਕਿ ਜਗ੍ਹਾ ਮਿੱਥੀ ਉੱਥੇ ਜਾ ਕੇ ਰੋਟੀ ਰੱਖ ਦੇਣੀ ਆ ਤੇ ਆਪ ਪਿੱਛੇ ਹਟ ਜਾਣਾ, ਤੇ ਉਸਨੇ ਆ ਕੇ ਤੇ ਰੋਟੀ ਲੈ ਕੇ ਜਾਣੀ ਨਾ। ਹੁਣ ਉਸ ਨੂੰ ਪ੍ਰਭੂ ਨੇ ਉਸਦੇ ਉੱਤੇ ਕਿਰਪਾ ਕੀਤੀ ਆ, ਉਸਦੇ ਨੂੰ ਤੰਦਰੁਸਤੀ ਦਾ ਦਾਨ ਦਿੱਤਾ, ਔਰ ਉਸਦੇ ਲਈ ਕਿਹਾ ਗਿਆ ਕਿ ਉਹ ਜਿਸ ਲਈ ਕੋੜ ਤੋਂ ਚੰਗਾ ਹੋ ਗਿਆ ਤੇ ਉਹ ਮਨੁੱਖ ਪੁਰੋਹਿਤ ਦੇ ਕੋਲ ਜਿਉਂਦਾ ਸ਼ੁੱਧ ਪੰਛੀ, ਦਿਆਰ ਦੀ ਲੱਕੜੀ, ਸੰਦੂਰੀ ਰੰਗ ਦਾ ਕੱਪੜਾ ਅਤੇ ਜਿੱਫਾ ਲਿਆਉਣ ਦੇ ਲਈ ਕਹੇ। ਪੰਛੀਆਂ ਦੇ ਵਿੱਚੋਂ ਪੁਰੋਹਿਤ ਦੇ ਕਹਿਣ ਦੇ ਉੱਤੇ, ਯਾਨੀ ਕਿ ਇਹ ਉਹ ਬੰਦੇ ਆ ਜਿਹੜੇ ਕਰ ਸਕਦੇ, ਜਿਨ੍ਹਾਂ ਕੋਲ ਇਹ ਸਾਰੀਆਂ ਚੀਜ਼ਾਂ ਹੈਗੀਆਂ। ਠੀਕ, ਸੋ ਉਹ ਇਹ ਕਰਦੇ ਪਏ। ਫਿਰ ਉਸ ਤੋਂ ਬਾਅਦ ਉਹ ਮਨੁੱਖ ਵੱਜ ਰਹਿਤ ਲੇਲੇ ਅਤੇ ਇੱਕ ਲੇਲੀ ਅਤੇ 1 ਸਾਲ ਦੀ ਅਤੇ 3 ਕਿਲੋ ਤੇਲ ਮਿਲਿਆ ਮੈਦਾ ਅਤੇ 250 ਗ੍ਰਾਮ ਦੇ ਲਗਭਗ ਤੇਲ ਪੁਰੋਹਿਤ ਦੇ ਕੋਲ ਲੈ ਕੇ that is a very big ਤੁਸੀਂ ਇਹ ਕਹਿ ਲਓ ਕਿ ਪ੍ਰਾਈਸ ਟੈਗ ਇਹਦੇ ਉੱਤੇ ਜਿਹੜਾ ਇਹ ਬਹੁਤ ਵੱਡਾ ਹੈ। ਲੇਕਿਨ ਪ੍ਰਭੂ ਨੇ ਜਿਹੜੇ ਗਾਂ ਚੀਜ਼ ਦੱਸੇ ਆ, ਉਹ ਇੱਕ ਜਿਹੜਾ ਇਨਸਾਨ ਆ ਜਿਹੜਾ ਅਫੋਰਡ ਨਹੀਂ ਕਰ ਸਕਦਾ ਉਹਦੇ ਲਈ ਵੀ ਦੱਸੇ। ਲੇਕਿਨ ਇਹਦਾ ਸਾਰਾ ਪਰਪਸ ਕੀ, ਇਹਦੇ ਪਿੱਛੇ ਸਾਰੀ ਦੀ ਸਾਰੀ ਇਹਨਾਂ ਨੂੰ ਜੇ ਅਸੀਂ ਦੇਖੀਏ ਤਾਂ ਉਹ ਸਾਰੀ ਚੀਜ਼ ਕੀ ਆ। ਹੁਣ ਪੁਰੋਹਿਤ ਨੇ ਉਸ ਬੰਦੇ ਨੂੰ ਸ਼ੁੱਧ ਕਰਾਰ ਦੇ ਦਿੱਤਾ। ਸੋ ਉਹ ਮੰਦਿਰ ਦੇ ਬੂਹੇ ਦੇ ਮੋਹਰੇ ਆ, ਉੱਥੇ ਉਸਦੀ ਹਜਾਮਤ ਕੀਤੀ ਗਈ, ਉੱਥੇ ਉਸਨੇ ਨਹਾਤਾ, ਉੱਥੇ ਉਸਨੇ ਆਪਣੇ ਪੁਰਾਣੇ ਕੱਪੜੇ ਲਾ ਦਿੱਤੇ ਆ, ਉਸਨੇ ਆਪਣੇ ਨਵੇਂ ਕੱਪੜੇ ਪਾਏ, ਔਰ ਹੁਣ ਉਸਨੂੰ ਪੁਰੋਹਿਤ ਛੂ ਰਿਹਾ। ਠੀਕ, ਪੁਰੋਹਿਤ ਛੂ ਨਹੀਂ ਸਕਦਾ, ਕਿਉਂਕਿ ਜੇ ਪੁਰੋਹਿਤ ਉਸਨੂੰ ਛੂ ਦੇਵੇ ਤਾਂ ਪੁਰੋਹਿਤ ਆਪ ਅਪਵਿੱਤਰ ਹੋ ਜਾਂਦਾ ਤੇ ਉਸਨੂੰ ਕਿਹਾ ਗਿਆ ਕਿ ਤੂੰ ਸ਼ਾਮ ਤੱਕ ਅਪਵਿੱਤਰ। ਹੁਣ ਪੁਰੋਹਿਤ ਉਸਦੇ ਕੰਨਾਂ ਦੀਆਂ ਪੇਪੜੀਆਂ ਦੇ ਉੱਤੇ ਉਸਨੂੰ ਛੂੰਦਾ ਪਿਆ, ਉਸਦੇ ਪੈਰ ਦੇ ਅੰਗੂਠੇ ਨੂੰ ਛੂੰਦਾ ਪਿਆ, ਉਸਦੇ ਹੱਥ ਨੂੰ ਛੂੰਦਾ ਪਿਆ, ਉਸਦੇ ਸਿਰ ਦੇ ਉੱਤੇ ਤੇਲ ਮਲਦਾ ਪਿਆ, ਤੇਲ ਲਾਉਂਦਾ ਪਿਆ, ਤੇਲ ਪਾਉਂਦਾ ਪਿਆ, ਇਸੇ ਤਰ੍ਹਾਂ ਉਸਦੇ ਕੰਨਾਂ ਦੇ ਉੱਤੇ ਲਾਉਂਦਾ ਪਿਆ। ਉਹ ਸਾਰੀ ਕੌਮ ਜਿਹੜੀ ਆ ਉਹ ਉੱਥੇ ਖੜੀ ਉਹ ਦੇਖਦੀ ਪਈ ਹੈ। ਤੇ ਕੌਮ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਉਸਨੂੰ ਲੋਕ ਜਾਣਦੇ, ਕਿਉਂਕਿ ਇਸ ਤੋਂ ਬਾਅਦ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਇੱਕ ਵੱਡਾ ਜਸ਼ਨ ਹੁੰਦਾ ਸੀ, ਜਿਸ ਦੇ ਨਾਲ ਉਹ ਖੁਸ਼ੀ ਮਨਾਈ ਜਾਂਦੀ ਸੀ ਕਿ ਕਿਸ ਤਰ੍ਹਾਂ ਸਾਡਾ ਇੱਕ ਜਨ ਜਿਹੜਾ ਮਰ ਗਿਆ ਸੀ ਉਹ ਹੁਣ ਜਿਉਂਦਾ ਹੈ। ਬੇਸਿਕਲੀ ਖੁਸ਼ੀ ਮਨਾਈ ਜਾਂਦੀ ਸੀ। ਔਰ ਇਸ ਤਰ੍ਹਾਂ ਜਿਸ ਵੇਲੇ ਪੁਰੋਹਿਤ ਮੰਦਿਰ ਦੇ ਵਿੱਚ ਕਰਦਾ ਪਿਆ, ਹੁਣ ਜਿਸ ਲਈ ਉਹ ਇਨਸਾਨ ਬਾਹਰ ਜਾ ਰਿਹਾ ਤੇ ਹੁਣ ਸਭ ਉਸਨੂੰ ਗਲੇ ਮਿਲਦੇ, ਹੁਣ ਉਸਨੂੰ ਇਨਵੀਟੇਸ਼ਨ ਮਿਲਦੇ ਪਏ, ਤੂੰ ਸਾਡੇ ਘਰ ਆਈ ਖਾਣਾ ਖਾਣ। ਉਸਦੇ ਪੁਰਾਣੇ ਮਿੱਤਰ ਉਸਦੇ ਨਾਲ ਬੈਠ ਕੇ ਖਾਣਾ ਖਾਂਦੇ ਪਏ, ਉਸਦੇ ਨਾਲ ਖਾਣਾ ਸ਼ੇਅਰ ਕਰਦੇ ਪਏ। ਖਾਣਾ ਸ਼ੇਅਰ ਕਰਨ ਦਾ ਕੀ ਮਤਲਬ ਹੈ ਕਿ ਜਿਹੜਾ ਉੱਥੇ ਦਾ ਰਿਵਾਜ ਸੀਗਾ ਕਿ ਜਿਹੜੀ ਦਾਲ, ਤੁਸੀਂ ਕਹਿ ਲਓ ਕਿ ਅਸੀਂ ਦਾਲ ਕਹਿ ਲਓ, ਰੋਟੀਆਂ ਕਹਿ ਲਓ, ਚੌਲ ਕਹਿ ਲਓ, ਇੱਕੋ ਜਗ੍ਹਾ ਤੇ ਪਾਏ ਹੁੰਦੇ ਸੀ, ਰਾਈਟ। ਸੋ ਉੱਥੋਂ ਹੀ ਸਾਰੇ ਇੱਕੋ ਹੀ ਜਗ੍ਹਾ ਤੋਂ ਖਾਂਦੇ ਸੀ। ਔਰ ਅਗਰ ਅਸੀਂ ਮਿਡਲ ਈਸਟ ਵਿੱਚ ਜਾਈਏ, ਹਾਲੇ ਵੀ ਇਹੋ ਹੀ ਰਿਵਾਜ ਆ ਕਿ ਉਹਨਾਂ ਨੇ ਗੱਭੇ ਇੱਕ ਵੱਡੀ ਦੇਗ ਰੱਖੀ ਹੁੰਦੀ, ਬਾਕੀ ਦੀ ਚੀਜ਼ਾਂ ਆਲੇ ਦੁਆਲੇ ਹੁੰਦੀਆਂ। ਸੋ ਜਿਹੜੀ ਵੀ ਚੀਜ਼ ਕਿਸੇ ਨੇ ਲੈਣੀ ਤਾਂ ਜਿਹੜੇ ਗੱਭੇ ਜਿਹੜੀ ਮੇਨ ਡਿਸ਼ ਆ ਉਹਦੇ ਵਿੱਚੋਂ ਸਾਰੇ ਇਕੱਠੇ ਖਾਂਦੇ। ਅੱਗੇ ਜਿਹੜਾ ਉਸਦੀ ਰੋਟੀ ਬਾਹਰ ਰੱਖ ਆਉਂਦੇ ਹੁੰਦੇ ਸੀ, ਅੱਗੇ ਜਿਹੜਾ ਉਹਨੂੰ ਡੰਡਾ ਲੈ ਕੇ ਚੱਲਣਾ ਪੈਂਦਾ ਸੀ। ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਉਸਦੀਆਂ ਖਤਮ ਕਰ ਦਿੱਤੀਆਂ। ਔਰ ਕੀ ਹੋਇਆ? ਸ਼ੁਕਰਗੁਜ਼ਾਰ ਦਿਲ ਦਿੱਤਾ ਉਸਨੂੰ ਇੱਕ ਸ਼ੁਕਰਗੁਜ਼ਾਰ ਦਿਲ ਦਿੱਤਾ, ਔਰ ਪ੍ਰਭੂ ਨੇ ਇੱਕ ਨਵਾਂਪਨ, ਨਵੀਂ ਜ਼ਿੰਦਗੀ ਉਸ ਬੰਦੇ ਨੂੰ ਦਿੱਤੀ ਹੈ। ਸੋ ਇਹ ਚੀਜ਼ਾਂ ਨੂੰ ਅਸੀਂ ਦੇਖਦੇ ਪਏ ਹਾਂ। ਪ੍ਰਭੂ ਨੇ ਕਮਿਊਨਿਟੀ ਨੂੰ ਵੀ ਬਚਾ ਲਿਆ, ਉਹ ਰੋਗ ਬਾਕੀ ਲੋਕਾਂ ਦੇ ਵਿੱਚ ਨਹੀਂ ਫੈਲਿਆ। ਪ੍ਰਭੂ ਨੇ ਉਸ ਬੰਦੇ ਦੇ ਉੱਤੇ ਵੀ ਕਿਰਪਾ ਕਰ ਦਿੱਤੀ,
ਔਰ ਇਸ ਦੇ ਨਾਲ ਅਸੀਂ ਦੇਖਿਆ ਕਿ ਪੁਰੋਤਾਂ ਦੇ ਜਿਹੜੀ ਉਹਨਾਂ ਦੇ ਕੰਮਾਂ ਦੀ ਲਿਸਟ ਆ ਉਹ ਕਿੱਡੀ ਵੱਡੀ ਆ, ਕਿੱਡੀ ਲੰਬੀ ਆ। ਰਾਈਟ। ਸੋ ਉਹਨਾਂ ਦੇ ਵਿੱਚੋਂ ਜਿਹੜੀ ਬਲੀ ਉਹ ਮੇਲ ਦੀ ਬਲੀ ਜਿਹੜੀ ਲੈ ਕੇ ਆਇਆ, ਉਹਦੇ ਵਿੱਚੋਂ ਜਿਹੜਾ ਚਰਬੀ ਚੜਾ ਦੇਣੀ ਹੈਗੀ ਆ, ਹਨਾ, ਗੁਰਦੇ ਚੜਾ ਦੇਣੇ ਹੈਗੇ ਆ, ਉਹ ਸਾਰੀਆਂ ਚੀਜ਼ਾਂ ਚੜਾ ਦੇਣੀਆਂ ਜਿਹੜੀਆਂ ਅਸੀਂ ਪਿੱਛੇ ਦੇਖ ਕੇ ਆਏ ਸੀ। ਔਰ ਬਾਕੀ ਦਾ ਜਿਹੜਾ ਮਾਸ ਦਾ ਜਿਹੜਾ ਹੈਗਾ ਉਹ ਪੁਰੋਹਿਤ ਦੇ ਲਈ ਆ। ਕਿਹਦੇ ਲਈ? ਜਿਸ ਪੁਰੋਹਿਤ ਨੇ ਇੰਨਾ ਸਮਾਂ ਉਸ ਦੇ ਨਾਲ ਕੰਮ ਕੀਤਾ। ਉਹ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਇਆ, ਜਿਹੜਾ ਮੈਦਾ ਲੈ ਕੇ ਆਇਆ, ਆਟਾ ਲੈ ਕੇ ਆਇਆ, ਤੇਲ ਬਚਿਆ ਹੋਇਆ ਤੇਲ, ਬਚਿਆ ਹੋਇਆ ਮੀਟ, ਉਸ ਪੁਰੋਹਿਤ ਔਰ ਉਹਦੇ ਘਰਾਣੇ ਦੇ ਲਈ। ਠੀਕ। ਸੋ ਦੇਖੋ ਪ੍ਰਭੂ ਇੱਕ ਤਰੀਕੇ ਦੇ ਨਾਲ ਕਿੰਨੀਆਂ ਚੀਜ਼ਾਂ ਕਰਦਾ ਪਿਆ। ਕਮਿਊਨਿਟੀ ਨੂੰ ਰੋਗ ਤੋਂ ਬਚਾ ਰਿਹਾ, ਰੋਗ ਫੈਲੇ ਨਾ, ਉਹ ਤੋਂ ਬਚਾ ਰਿਹਾ। ਉਸ ਬੰਦੇ ਦੇ ਪਰਿਵਾਰ ਨੂੰ ਵੀ ਬਚਾ ਰਿਹਾ, ਉਸ ਬੰਦੇ ਨੂੰ ਵੀ ਬਚਾ ਰਿਹਾ। ਔਰ ਸਭ ਕੁਝ ਕਿੱਥੇ ਹੋ ਰਿਹਾ? ਪ੍ਰਭੂ ਦੇ ਘਰ ਦੇ ਵਿੱਚ ਇੱਕ ਸੈਂਟਰ ਬਣਾਤਾ ਉਸਨੇ। ਜਿਸਨੇ ਅਸੀਂ ਬਾਈਬਲ ਨੂੰ ਦੇਖਦੇ ਹਾਂ, ਜਿਸਲੇ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ, ਇਹ ਚੀਜ਼ਾਂ ਸਾਨੂੰ ਦੇਖਣ ਨੂੰ ਨਿੱਕੀਆਂ ਨਿੱਕੀਆਂ ਲੱਗਦੀਆਂ, ਲੇਕਿਨ ਇਹ ਬਹੁਤ ਵੱਡੀਆਂ ਚੀਜ਼ਾਂ ਹੈ। ਇਹ ਬਹੁਤ ਵੱਡੀਆਂ ਚੀਜ਼ਾਂ ਹੈ। ਇਹ ਕਾਮਨ ਸੈਂਸ ਜਿਹੜੀ ਇਹ ਸਾਰੀਆਂ ਚੀਜ਼ਾਂ, ਯਾਨੀ ਕਿ ਇਹ ਨਹੀਂ ਹੈਗਾ ਕਿ ਪ੍ਰਭੂ ਦਾ ਜਿਹੜਾ ਸ਼ਬਦ ਆ ਇਹ ਪਵਿੱਤਰ ਆ ਤੇ ਬਸ ਇੱਕ ਪਾਸੇ ਅਸੀਂ ਜਾਣਦੇ ਹਾਂ, ਉੱਥੇ ਮੱਥਾ ਟੇਕਦੇ ਘਰ ਨੂੰ ਆ ਜਾਂਦੇ ਹਾਂ, ਅਸੀਂ ਉਹ ਇੱਕ ਪਿੱਛੇ ਹੋ ਜਾਂਦਾ ਤਾਂ ਅਸੀਂ ਇੱਧਰ, ਬਾਕੀ ਅਸੀਂ ਆਪਣੇ ਕੰਮ ਆਪਣੇ ਤਰੀਕੇ ਨਾਲ ਕਰਦੇ। ਨਹੀਂ, ਪ੍ਰਭੂ ਰੋਜ਼ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਨਾਲ ਕੰਮ ਕਰਦਾ ਪਿਆ। ਇਹ ਸਾਡੇ ਪ੍ਰਭੂ ਦੀ ਬਰਕਤ। ਇਸ ਤਰ੍ਹਾਂ ਉਹ ਸਾਡੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਸਾਡੇ ਨਾਲ, ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਸਾਡੇ ਨਾਲ, ਰੋਜ਼ ਦੀਆਂ ਚੀਜ਼ਾਂ ਦੇ ਵਿੱਚ ਸਾਡੇ ਨਾਲ। ਚਾਰਲਸ ਸਪਰਜਨ ਨੇ ਬਹੁਤ ਸੋਹਣੀ ਚੀਜ਼ ਕਹੀ ਸੀ ਕਿ ਪ੍ਰਭੂ ਹਰ ਅੱਖ ਜਿਹੜੀ ਅਸੀਂ ਝਮਕਦੇ ਹਾਂ ਉਹਦੇ ਵਿੱਚ ਸਾਡੇ ਨਾਲ, ਹਰ ਸਾਹ ਜਿਹੜਾ ਅਸੀਂ ਲੈਂਦੇ ਹਾਂ ਉਹ ਸਾਡੇ ਨਾਲ, ਹਰ ਕਦਮ ਜਿਹੜਾ ਅਸੀਂ ਤੁਰਦੇ ਹਾਂ ਉਹ ਸਾਡੇ ਨਾਲ ਆ। ਔਰ ਉਸ ਤੋਂ ਬਾਅਦ ਉਹ ਕਹਿੰਦਾ ਹਰ ਨਿਵਾਲਾ ਜਿਹੜਾ ਅਸੀਂ ਖਾਂਦੇ ਹਾਂ ਉਹ ਸਾਡੇ ਨਾਲ, ਸੌਣ ਦੇ ਵਿੱਚ ਸਾਡੇ ਨਾਲ, ਉੱਠਣ ਦੇ ਵਿੱਚ ਸਾਡੇ ਨਾਲ। ਕਿਉਂ? ਕਿਉਂਕਿ ਉਸ ਨੂੰ ਹਰ ਚੀਜ਼ ਦਾ ਪਤਾ, ਔਰ ਇਸ ਤਰ੍ਹਾਂ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ। ਔਰ ਇਹੋ ਚੀਜ਼ ਅਸੀਂ ਇੱਥੇ ਦੇਖਦੇ ਹਾਂ। ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਅਸੀਂ ਪੜ੍ਹਦੇ ਪਏ। ਨਹੀਂ ਤਾਂ ਮੈਂ ਕਹਿਣਾ ਸੀ ਕਿ ਇੱਥੇ ਜੇ ਅਸੀਂ ਉਹਦਾ ਤੇਜ਼ੀ ਨਾਲ ਗੁਜ਼ਰਨਾ ਹੁੰਦਾ ਤੇ ਕਹਿਣਾ ਸੀ ਇਹ ਚੀਜ਼ਾਂ ਤੁਸੀਂ ਆਪੇ ਪੜ੍ਹ ਲਿਓ, ਇਹ ਤਾਂ ਪ੍ਰਭੂ ਨੇ ਮੋਸਟਲੀ ਏਦਾਂ ਹੀ ਪੜ੍ਹਾਈ ਜਾਂਦੀਆਂ ਇਹ ਚੀਜ਼ਾਂ। ਤੇ ਆਹ ਜਿਹੜੀਆਂ ਚੀਜ਼ਾਂ ਜੇ ਹੁਣ ਤੁਸੀਂ ਆਪ ਪੜ੍ਹ ਲਿਓ, ਆਪਾਂ ਹੁਣ ਅੱਗੇ ਚੱਲਦੇ ਹਾਂ। ਜਿੱਥੋਂ ਸਟੋਰੀ ਅੱਗੇ ਵੱਧਦੀ ਪਈ ਹੈ, ਤਾਂ ਕਿ ਉਹਨਾਂ ਨੇ ਤੰਬੂ ਉੱਥੋਂ ਚੁੱਕੇ, ਫਿਰ ਅਗਲੀ ਜਗ੍ਹਾ ਤੇ ਗਏ, ਉੱਥੇ ਉਹਨਾਂ ਨੇ ਕੀ ਕੀਤਾ, ਉੱਥੇ ਕੀ ਕੁਛ ਹੋਇਆ, ਹਨਾ। ਇਹਨਾਂ ਚੀਜ਼ਾਂ ਨੂੰ ਆਮ ਤੌਰ ਤੇ ਛੱਡ ਦਿੱਤਾ ਜਾਂਦਾ, ਲੇਕਿਨ ਇਹ ਚੀਜ਼ਾਂ ਅਸੀਂ ਤਾਂ ਦੇਖਦੇ ਪਏ ਹਾਂ। ਇਹ ਪ੍ਰਭੂ ਦੀ ਸਭ ਤੋਂ ਵੱਡੀ ਬਰਕਤ, ਸਭ ਤੋਂ ਵੱਡੀ ਬਰਕਤ। ਸੋ ਉਹ ਕੋੜੀ ਜਿਹੜਾ ਜਾਂ ਜਿਸ ਨੂੰ ਵੱਖ ਕਰ ਦਿੱਤਾ ਗਿਆ ਸੀ ਉਸ ਜਗ੍ਹਾ ਦੇ ਵਿੱਚ ਸੀ, ਜਾਂ ਵਿਚਾਰਾ ਜਿਹੜਾ ਹੱਥ ਦੇ ਵਿੱਚ ਟੱਲੀ ਫੜ ਕੇ ਸੋਟੀ ਵਜਾਉਂਦਾ ਜਿਹੜਾ ਜਾਂਦਾ ਸੀ ਔਰ ਆਪਣੇ ਆਪ ਨੂੰ ਸ਼ੁੱਧ ਕਹਿੰਦਾ ਸੀ, ਉਸ ਨੂੰ ਕਿਸ ਤਰ੍ਹਾਂ ਪ੍ਰਭੂ ਨੇ ਇੱਕ ਵਾਰ ਫਿਰ ਆਪਣੀ ਕਮਿਊਨਿਟੀ ਦੇ ਵਿੱਚ ਸ਼ਾਮਲ ਕੀਤਾ। ਕਿੱਦਾਂ ਪ੍ਰਭੂ ਨੇ ਉਸਦੀ ਬਿਮਾਰੀ ਤੋਂ ਬਾਅਦ ਉਸਨੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਉਸ ਨੂੰ ਸ਼ਾਮਲ ਕੀਤਾ ਕਿ ਹੁਣ ਉਸ ਨੂੰ ਕੋਈ ਦੇਖ ਕੇ ਕੋਈ ਘਿਰਣਾ ਨਹੀਂ ਕਰਦਾ। ਕਿਉਂ? ਕਿਉਂਕਿ ਪੁਰੋਹਿਤ ਨੇ ਉਸ ਨੂੰ ਹੱਥ ਲਾਇਆ ਹੈ, ਉਸ ਦੀ ਬਲੀ ਚੜਾਈ ਜਾ ਚੁੱਕੀ ਹੈ, ਖੁਸ਼ੀ ਮਨਾਈ ਜਾ ਚੁੱਕੀ ਹੈ। ਇਹ ਚੀਜ਼ਾਂ ਅਸੀਂ ਪ੍ਰਭੂ ਦੇ ਵਚਨ ਚ ਦੇਖਦੇ ਹਾਂ। ਸੋ ਹੁਣ ਉਸ ਤੋਂ ਬਾਅਦ ਜਿਹੜੀ ਉਸਨੇ ਸਾਨੂੰ ਦੱਸਣਾ ਜਿਹੜੀ ਘਰਾਂ ਦੇ ਵਿੱਚ ਜਿਹੜੀ ਮੁਸੀਬਤ, ਉੱਲੀ ਦੀ ਮੁਸੀਬਤ ਜਿਹੜੀ ਆਉਣੀ, ਜਿੱਥੇ ਉਹ ਜਾ ਰਹੇ ਕਨਾਨ ਦੇ ਵਿੱਚ, ਇਹ ਬਹੁਤ ਵੱਡੀ ਪ੍ਰੋਬਲਮ। ਸੋ ਆਓ ਅਸੀਂ ਇਸ ਨੂੰ ਦੇਖੀਏ। 33 ਆਇਤ ਤੋਂ ਲੈ ਕੇ 57 ਆਇਤ ਤੱਕ ਜਿਸ ਨੂੰ ਪੜ੍ਹਦੇ ਹਾਂ। ਮੈਂ ਪੜ੍ਹ ਲਿਆ ਮਾਸਟਰ ਜੀ? ਹਾਂਜੀ ਹਾਂਜੀ ਹਾਂਜੀ। ਘਰਾਂ ਵਿਚਲੀ ਉੱਲੀ ਸੰਬੰਧੀ ਨਿਯਮ। ਪ੍ਰਭੂ ਨੇ ਮੂਸਾ ਤੇ ਹਰੂਨ ਨੂੰ ਅੱਗੇ ਕਿਹਾ,
ਜਦੋਂ ਤੁਸੀਂ ਕਨਾਨ ਦੇਸ਼ ਦੀ ਉਸ ਧਰਤੀ ਤੇ ਪਹੁੰਚ ਜਾਵੋਗੇ ਜੋ ਮੈਂ ਤੁਹਾਨੂੰ ਵਿਰਸੇ ਦੇ ਤੌਰ ਤੇ ਦੇਵਾਂਗਾ, ਤਾਂ ਜਦੋਂ ਕਦੀ ਉੱਥੇ ਕਿਸੇ ਘਰ ਵਿੱਚ ਉੱਲੀ ਲੱਗ ਜਾਵੇ ਤਾਂ ਘਰ ਦਾ ਮਾਲਕ ਜਾ ਕੇ ਇਸ ਬਾਰੇ ਪੁਰੋਹਿਤ ਨੂੰ ਦੱਸੇ ਉਸਦੇ ਘਰ ਨੂੰ ਕੋਈ ਰੋਗ ਲੱਗ ਗਿਆ ਹੈ। ਤਦ ਪੁਰੋਹਿਤ ਘਰ ਦੀ ਜਾਂਚ ਕਰਨ ਤੋਂ ਪਹਿਲਾਂ ਉਸ ਘਰ ਦਾ ਸਾਰਾ ਸਮਾਨ ਕਢਾ ਲਵੇ, ਨਹੀਂ ਤਾਂ ਘਰ ਦੇ ਨਾਲ ਸਾਰਾ ਸਮਾਨ ਵੀ ਅਸ਼ੁੱਧ ਘੋਸ਼ਿਤ ਕੀਤਾ ਜਾ ਸਕਦਾ ਹੈ। ਘਰ ਦੇ ਖਾਲੀ ਹੋ ਜਾਣ ਦੇ ਪਿੱਛੋਂ ਪੁਰੋਹਿਤ ਜਾ ਕੇ ਉਸ ਘਰ ਦੀ ਜਾਂਚ ਕਰੇ। ਜੇਕਰ ਜਾਂਚ ਕਰਦੇ ਸਮੇਂ ਪੁਰੋਹਿਤ ਦੇਖੇ ਕਿ ਘਰ ਦੇ ਅੰਦਰਲੇ ਧੱਬੇ ਹਰੇ ਅਤੇ ਲਾਲ ਰੰਗ ਦੀ ਭਾ ਮਾਰ ਰਹੇ ਹਨ ਅਤੇ ਧੱਬੇ ਵਾਲੀ ਥਾਂ ਸਧਾਰਨ ਥਾਂ ਤੋਂ ਡੂੰਘੀ ਹੈ, ਤਾਂ ਪੁਰੋਹਿਤ ਘਰ ਦੇ ਬਾਹਰ ਨਿਕਲ ਕੇ ਬੂਹੇ ਦੇ 7 ਦਿਨਾਂ ਦੇ ਲਈ ਜੰਦਰਾ ਮਾਰ ਦੇਵੇ। ਪੁਰੋਹਿਤ ਫਿਰ 7ਵੇਂ ਦਿਨ ਆ ਕੇ ਧੱਬੇ ਵਾਲੀ ਥਾਂ ਦੀ ਜਾਂਚ ਕਰੇ ਅਤੇ ਜੇਕਰ ਧੱਬਾ ਪਹਿਲਾਂ ਨਾਲੋਂ ਵੱਧ ਗਿਆ ਹੈ ਤਾਂ ਉਹ ਧੱਬੇ ਵਾਲੀ ਥਾਂ ਦੇ ਪੱਥਰਾਂ ਨੂੰ ਉਖਾੜਨ ਦੀ ਆਗਿਆ ਦੇਵੇ, ਜੋ ਉਖਾੜ ਕੇ ਨਗਰ ਦੀ ਗੰਦਗੀ ਵਾਲੀ ਥਾਂ ਤੇ ਸੁੱਟ ਦਿੱਤੇ ਜਾਣ। ਫਿਰ ਉਹ ਘਰ ਦੇ ਅੰਦਰਲੀਆਂ ਕੰਧਾਂ ਨੂੰ ਛਿਲਵਾ ਦੇਵੇ ਅਤੇ ਛਿੱਲੀ ਮਿੱਟੀ ਨੂੰ ਗੰਦਗੀ ਵਾਲੇ ਥਾਂ ਤੇ ਸੁੱਟ ਦੇਵੇ। ਇਹ ਕਰਨ ਦੇ ਪਿੱਛੋਂ ਉਹ ਨਵੇਂ ਪੱਥਰ ਪਹਿਲੇ ਪੱਥਰਾਂ ਦੀ ਥਾਂ ਤੇ ਲਾ ਦੇਣ ਅਤੇ ਨਵੀਂ ਹੀ ਲਿਪਾਈ ਪਹਿਲੀ ਦੀ ਥਾਂ ਤੇ ਕਰ ਦੇਣ। ਜੇਕਰ ਉਸ ਘਰ ਦੇ ਧੱਬੇ ਵਾਲੀ ਥਾਂ ਦੇ ਪੱਥਰ ਅਤੇ ਛਿੱਲੀ ਮਿੱਟੀ ਬਾਹਰ ਸੁੱਟਣ ਦੇ ਪਿੱਛੋਂ ਵੀ ਉਸਦੇ ਅੰਦਰ ਉੱਲੀ ਦੇ ਧੱਬੇ ਫਿਰ ਦਿਖਾਈ ਦੇਣ ਲੱਗ ਪੈਣ, ਤਾਂ ਪੁਰੋਹਿਤ ਜਾ ਕੇ ਫਿਰ ਉਸ ਘਰ ਦੀ ਜਾਂਚ ਕਰੇ ਅਤੇ ਜੇਕਰ ਉਹ ਧੱਬੇ ਵੱਧ ਗਏ ਹਨ ਤਾਂ ਸਮਝੋ ਉਸ ਨੂੰ ਉੱਲੀ ਅਰਥਾਤ ਕੋੜ ਦਾ ਰੋਗ ਹੈ। ਇਸ ਲਈ ਉਸ ਘਰ ਨੂੰ ਤੋੜ ਦਿੱਤਾ ਜਾਵੇ ਤੇ ਉਸ ਦਾ ਸਾਰਾ ਮਲਬਾ ਨਗਰ ਦੇ ਬਾਹਰ ਗੰਦਗੀ ਵਾਲੀ ਥਾਂ ਤੇ ਸੁੱਟ ਦਿੱਤਾ ਜਾਵੇ। ਉਸ ਅਸ਼ੁੱਧ ਘਰ ਦੇ ਅੰਦਰ ਜੋ ਕੋਈ ਵੀ ਵੜੇ ਉਹ ਤਰਕਾਲਾਂ ਤੱਕ ਅਸ਼ੁੱਧ ਸਮਝਿਆ ਜਾਵੇ। ਇਸ ਤਰ੍ਹਾਂ ਜੋ ਕੋਈ ਉਸ ਘਰ ਦੇ ਅੰਦਰ ਸੋਵੇ ਜਾਂ ਬੈਠ ਕੇ ਖਾਵੇ ਉਹ ਆਪਣੇ ਕੱਪੜੇ ਧੋ ਕੇ ਆਪਣੇ ਆਪ ਨੂੰ ਸ਼ੁੱਧ ਕਰੇ। ਪਰ ਜੇਕਰ ਪੁਰੋਹਿਤ ਦੀ ਜਾਂਚ ਅਨੁਸਾਰ ਉਸ ਦੇ ਅੰਦਰ ਦੁਬਾਰਾ ਲਪਾਈ ਦੇ ਪਿੱਛੋਂ ਧੱਬੇ ਫਿਰ ਨਹੀਂ ਫੈਲੇ ਤਾਂ ਉਹ ਫਿਰ ਉਸ ਨੂੰ ਸ਼ੁੱਧ ਘੋਸ਼ਿਤ ਕਰੇ, ਕਿਉਂਕਿ ਉਸ ਦਾ ਰੋਗ ਚੰਗਾ ਹੋ ਗਿਆ ਹੈ। ਇਸ ਦੇ ਪਿੱਛੋਂ ਉਸ ਘਰ ਦੀ ਸ਼ੁੱਧੀ ਲਈ ਉਹ 2 ਜਿਉਂਦੇ ਪੰਛੀ, ਕੁਝ ਦਿਆਰ ਦੀ ਲੱਕੜੀ, ਸੰਧੂਰ ਅਤੇ ਜੂਫਾ ਲਵੇ। ਤਦ ਉਹ ਇੱਕ ਪੰਛੀ ਨੂੰ ਮਿੱਟੀ ਦੇ ਭਾਂਡੇ ਵਿੱਚ ਵਗਦੇ ਪਾਣੀ ਦੇ ਉੱਤੇ ਕੱਟ ਦੇਵੇ। ਫਿਰ ਉਹ ਦੂਜੇ ਜਿਉਂਦੇ ਪੰਛੀ ਨੂੰ ਦਿਆਰ ਦੀ ਲੱਕੜੀ, ਸੰਧੂਰ ਅਤੇ ਜੂਫੇ ਸਮੇਤ ਪਹਿਲੇ ਪੰਛੀ ਦੇ ਲਹੂ ਵਿੱਚ ਡੋਬ ਦੇਵੇ। ਇਹ ਸਭ ਕਰਨ ਦੁਆਰਾ ਉਹ ਉਸ ਘਰ ਨੂੰ ਸ਼ੁੱਧ ਕਰੇਗਾ। ਤਦ ਉਹ ਦੂਜੇ ਜਿਉਂਦੇ ਪੰਛੀ ਨੂੰ ਨਗਰ ਤੋਂ ਬਾਹਰ ਖੁੱਲੇ ਖੇਤ ਵਿੱਚ ਉਡਾ ਦੇਵੇ। ਇਸ ਤਰ੍ਹਾਂ ਉਹ ਉਸ ਘਰ ਦੇ ਦੁਆਰਾ ਸ਼ੁੱਧ ਕਰਨ ਲਈ ਕਰੇ ਤਾਂ ਉਹ ਘਰ ਸ਼ੁੱਧ ਹੋ ਜਾਵੇਗਾ। ਸੋ ਇਹ ਨਿਯਮ ਇਹਨਾਂ ਰੋਗਾਂ ਦੇ ਸੰਬੰਧ ਵਿੱਚ ਹਨ। ਕੋੜ, ਖੁਰਕ, ਕੱਪੜੇ ਜਾਂ ਘਰ ਨੂੰ ਲੱਗਣ ਵਾਲੀ ਉੱਲੀ, ਸੋਜ ਜਾਂ ਫੋੜਾ ਜਾਂ ਧੱਬਾ। ਇਸ ਨਿਯਮ ਦੁਆਰਾ ਸ਼ੁੱਧ ਜਾਂ ਸ਼ੁੱਧ ਦਾ ਫਰਕ ਪਤਾ ਲੱਗੇਗਾ। ਇਹ ਸਿੱਧੇ ਸ਼ਬਦਾਂ ਵਿੱਚ ਕੋੜ ਦੇ ਰੋਗ ਦਾ ਨਿਯਮ ਹੈ। ਭਾਵੀ ਹੁਣ ਅਸੀਂ ਅਗਰ ਜਾ ਕੇ ਜਿਹੜੇ ਤੁਹਾਡੇ ਵਿੱਚੋਂ ਗਏ ਆ ਉੱਥੇ ਜਰੂਸਲਮ ਦੇ ਇਲਾਕੇ ਦੇ ਗਏ ਆ ਜਾਂ ਇਜ਼ਰਾਈਲ ਦੇ ਗਏ ਹੈਗੇ ਆ, ਤੁਹਾਨੂੰ ਪਤਾ ਹੈਗਾ ਕਿ ਉੱਥੇ ਜਿਹੜਾ ਐਟਮੋਸਫੇਅਰ ਬੜਾ ਡਰਾਈ ਹੈ, ਰਾਈਟ? ਉੱਥੇ ਜਿਹੜੀ ਧੁੱਪ ਉਹ ਵੀ ਵੱਖਰੇ ਕਿਸਮ ਦੀ। ਸੋ ਉੱਥੇ ਕਿਸੇ ਸਹਿਜੇ ਕਿਤੇ ਕਿਸੇ ਚੀਜ਼ ਨੂੰ ਉੱਲੀ ਲੱਗਣੀ ਨਹੀਂ ਚਾਹੀਦੀ। ਔਰ ਇਹ ਜਿਹੜੀ ਉੱਲੀ ਆ ਜਿਹੜੀ ਲੱਗਦੀ ਹੈ, ਹੁਣ ਜਿਹੜਾ ਅਸੀਂ ਜਿੱਦਾਂ ਵੀ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਅਸੀਂ BC ਦੇ ਵਿੱਚ ਰਹਿੰਦੇ ਹਾਂ, ਰਾਈਟ? ਔਰ BC ਦੇ ਵਿੱਚ ਤਾਂ ਕਿਤੇ ਭਾਗਾਂ ਦੇ ਨਾਲ 2-3 ਹਫ਼ਤੇ ਧੁੱਪ ਪਈ ਆ, ਇਹ ਤਾਂ ਸਾਡੇ ਤਾਂ ਮੀਂਹ ਪੈਂਦਾ ਰਹਿੰਦਾ ਇੱਥੇ। ਔਰ ਇੱਥੇ ਜਿਹੜਾ ਸਲਾਬਾ ਆ ਉਹ ਵੱਖਰੇ ਕਿਸਮ ਦਾ, ਲੇਕਿਨ ਇਹ ਜਿਹੜੀ ਉੱਲੀ ਆ ਇਹ ਬਹੁਤ ਡੇਂਜਰਸ ਕਿਸਮ ਦੀ ਆ। ਇਸ ਦੇ ਨਾਲ ਬਿਮਾਰੀਆਂ ਬਹੁਤ ਔਰ ਇਹਦਾ ਇੱਕ ਰੰਗ, ਇੱਕ ਸਾਰੀਆਂ ਚੀਜ਼ਾਂ ਇੱਕ ਵੱਖਰਾ, ਔਰ ਇਸ ਦੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਉਸ ਘਰ ਦੇ ਵਿੱਚ। ਸੋ ਹੁਣ ਇੱਥੇ ਕੀ ਹੋ ਰਿਹਾ, ਬੇਸਿਕਲੀ ਇਹ ਵੀ ਜਿਹੜੀ ਜੌਬ ਆ ਹੁਣ ਪੁਰੋਹਿਤ ਨੂੰ ਦੇ ਦਿੱਤੀ ਗਈ ਆ। ਸੋ ਅਸੀਂ ਦੇਖਦੇ ਪਏ ਹਾਂ ਕਿ ਦੀ ਲਿਸਟ ਦੇ ਵਿੱਚ ਕਿੱਦਾਂ ਕੰਮ ਐਡ ਹੋ ਰਹੇ। ਸੋ ਇਹ ਨਹੀਂ ਕਿ ਹਫ਼ਤੇ ਬਾਅਦ ਪੁਰੋਹਿਤ ਨੇ ਇੱਕ ਮੈਸੇਜ ਸੁਣਾਉਣਾ ਔਰ ਨਹੀਂ, ਇੰਨਾ ਨਹੀਂ ਹੈਗਾ। ਇਹ ਸਾਰੇ ਕੰਮ ਉਸ ਪੁਰੋਹਿਤ ਦੇ ਸੀਗੇ ਜਿਹੜੇ ਕਿ ਜਿਸ ਦੇ ਨਾਲ ਜਿਹੜੀ ਪੁਰੋਹਿਤਾਂ ਦੀ ਇੰਨੀ ਵੱਡੀ ਜਿਹੜੀ ਉਹਨਾਂ ਦੇ ਕੋਲ ਗਿਣਤੀ ਹੁੰਦੀ ਸੀ ਉਸ ਦਾ ਇੱਕ ਕਾਰਨ ਸੀ। ਠੀਕ, ਉਸਨੇ ਉਸਦੇ ਘਰ ਜਾਣਾ ਆ, ਉਸਦੇ ਘਰ ਜਾ ਕੇ ਉਸਦੀ ਜਾਂਚ ਕਰਨੀ ਆ, ਫਿਰ ਉਸਨੂੰ 7 ਦਿਨਾਂ ਦੇ ਲਈ ਜਿੰਦਰਾ ਲਾ ਦੇਣਾ। ਤੁਸੀਂ ਇੱਕ ਚੀਜ਼ ਉੱਥੇ ਦੇਖਿਆ ਕਿ
ਜੇ ਉੱਲੀ ਲੱਗੀ, ਉੱਲੀ ਤਾਂ ਬਾਹਰ ਨੂੰ ਚੀਜ਼ ਵਧਣੀ ਚਾਹੀਦੀ ਆ, ਲੇਕਿਨ ਇਹ ਵੱਖਰਾ ਹੀ ਕਿਸਮ ਦੀ ਆ ਕਿ ਇਹਦੇ ਵਿੱਚ ਡੂਮ ਪੈਂਦਾ, ਇਹ ਅੰਦਰ ਨੂੰ ਜਾਂਦੀ, ਰਾਈਟ। ਸੋ ਇਹ ਇਸ ਲਈ ਉਸ ਨੂੰ ਕਿਹਾ ਗਿਆ ਕਿ ਤੂੰ ਜਾ ਕੇ ਜਾਂਚ ਕਰ। ਫਿਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੱਸੀ ਗਈ ਹੈ, ਪਰ ਅਗਰ ਨਹੀਂ ਉਹ ਚੀਜ਼ ਜਾ ਰਹੀ ਤਾਂ ਫਿਰ ਉਸਨੇ ਕਿਹਾ ਕਿ ਇਸ ਨੂੰ ਸਾਰਿਆਂ ਨੂੰ ਤੋੜ ਦਿੱਤਾ ਜਾਵੇ, ਇਸ ਨੂੰ ਢਾਹ ਦਿੱਤਾ ਜਾਵੇ ਔਰ ਢਾਹ ਕੇ ਇਸ ਨੂੰ ਬਾਹਰ ਸੁੱਟ ਦਿੱਤਾ ਜਾਵੇ ਔਰ ਫਿਰ ਉਸ ਦੀ ਜਗ੍ਹਾ ਦੇ ਉੱਤੇ ਨਵਾਂ ਘਰ ਉਸਾਰਿਆ ਜਾਵੇ। ਸੋ ਇਹ ਸਾਰੀਆਂ ਕੰਮ ਵੀ ਬਹੁਤ ਨੂੰ ਦਿੱਤੇ ਗਏ ਆ। ਸੋ ਕਿੱਦਾਂ ਅਸੀਂ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਪ੍ਰਭੂ ਦੇ ਆਲੇ ਦੁਆਲੇ, ਪ੍ਰਭੂ ਦੇ ਘਰ ਦੇ ਆਲੇ ਦੁਆਲੇ ਔਰ ਪ੍ਰਭੂ ਦੇ ਆਲੇ ਦੁਆਲੇ ਸਾਰੀਆਂ ਚੀਜ਼ਾਂ ਇਹਨਾਂ ਦਾ ਜਿਹੜੀ ਕੌਮ ਦੀਆਂ ਚੀਜ਼ਾਂ ਬੰਨੀਆਂ ਆ ਪ੍ਰਭੂ ਨੇ। ਠੀਕ। ਸੋ ਅੱਜ ਸੰਡੇ ਆ, ਅਸੀਂ ਅੱਜ ਉਹਨਾਂ ਜ਼ਬੂਰਾਂ ਨੂੰ ਦੇਖਾਂਗੇ ਜਿਹੜੇ ਪ੍ਰਭੂ ਦੇ ਮੰਦਿਰ ਦੇ ਵਿੱਚ ਗਾਏ ਜਾਂਦੇ ਸੀਗੇ। ਸੋ ਆਓ ਅੱਜ ਅਸੀਂ ਜ਼ਬੂਰ 24 ਦੇਖਾਂਗੇ ਔਰ ਉਸ ਦੇ ਨਾਲ ਅੱਜ ਦਾ ਦਿਨ ਅਸੀਂ ਆਪਣਾ ਖਤਮ ਕਰਾਂਗੇ। ਸਾਮ 24 ਜਿਸ ਨੂੰ ਮਿਲ ਜਾਏ ਉਸ ਨੂੰ। ਹਾਂਜੀ ਮੈਂ ਪੜ੍ਹ ਦੇਣੀ ਪਾਸਟਰ ਜੀ। Go ahead. ਇਹ ਹੈਗਾ 846 ਮਹਾਪ੍ਰਤਾਪੀ ਰਾਜਾ। ਧਰਤੀ ਅਤੇ ਇਸ ਦੀ ਸਭ ਭਰਪੂਰੀ, ਸੰਸਾਰ ਅਤੇ ਇਸ ਦੇ ਸਭ ਨਿਵਾਸੀ ਪ੍ਰਭੂ ਦੇ ਹਨ। ਪ੍ਰਭੂ ਨੇ ਹੀ ਉਸ ਦੀਆਂ ਨੀਹਾਂ ਸਮੁੰਦਰਾਂ ਤੇ ਰੱਖੀਆਂ ਹਨ। ਉਸ ਨੇ ਹੀ ਉਸ ਨੂੰ ਪਾਣੀਆਂ ਤੋਂ ਸਥਾਪਿਤ ਕੀਤਾ ਹੈ। ਪ੍ਰਭੂ ਦੇ ਪਹਾੜ ਤੇ ਕੌਣ ਚੜ੍ਹ ਸਕਦਾ ਹੈ? ਉਸ ਦੇ ਪਵਿੱਤਰ ਥਾਂ ਤੇ ਕੌਣ ਖੜਾ ਰਹਿ ਸਕਦਾ ਹੈ? ਹਾਂ, ਉਹ ਮਨੁੱਖ ਜਿਸ ਦੇ ਹੱਥ ਸ਼ੁੱਧ ਹਨ, ਜਿਸ ਦਾ ਮਨ ਨਿਰਮਲ ਹੈ, ਜੋ ਦੂਜਿਆਂ ਨਾਲ ਚਲਾਕੀ ਨਹੀਂ ਕਰਦਾ, ਜੋ ਧੋਖਾ ਦੇਣ ਦੇ ਲਈ ਸਹੁੰ ਨਹੀਂ ਖਾਂਦਾ, ਉਹ ਮਨੁੱਖ ਪ੍ਰਭੂ ਤੋਂ ਅਸੀਸ ਪ੍ਰਾਪਤ ਕਰੇਗਾ। ਮੁਕਤੀਦਾਤਾ ਪਰਮੇਸ਼ਰ ਉਸ ਨੂੰ ਉਚਿਤ ਠਹਿਰਾਏਗਾ। ਇਹੋ ਜਿਹੇ ਲੋਕ ਪ੍ਰਭੂ ਦੀ ਖੋਜ ਕਰਦੇ ਹਨ। ਉਹ ਯਾਕੂਬ ਦੇ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਚਾਹਵਾਨ ਰਹਿੰਦੇ ਹਨ। ਹੇ ਫਾਟਕੋ, ਤੁਸੀਂ ਉੱਚੇ ਹੋ ਜਾਵੋ। ਹੇ ਦਰਵਾਜ਼ਿਓ, ਤੁਸੀਂ ਖੁੱਲੇ ਹੋ ਜਾਵੋ, ਤਾਂ ਜੋ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਹਾਂ, ਇਹ ਪ੍ਰਭੂ ਹੈ। ਉਹ ਸ਼ਕਤੀਸ਼ਾਲੀ ਅਤੇ ਬਲਵੰਤ ਹੈ ਅਤੇ ਯੋਧਾਂ ਵਿੱਚ ਮਹਾਬਲੀ ਹੈ। ਹੇ ਫਾਟਕੋ, ਤੁਸੀਂ ਉੱਚੇ ਹੋ ਜਾਵੋ। ਹੇ ਦਰਵਾਜ਼ਿਓ, ਤੁਸੀਂ ਖੁੱਲੇ ਹੋ ਜਾਵੋ, ਤਾਂ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਇਹ ਫੌਜਾਂ ਦਾ ਪ੍ਰਭੂ ਹੈ। ਇਹੋ ਮਹਾਪ੍ਰਤਾਪੀ ਰਾਜਾ ਹੈ। ਆਮੀਨ। ਸੋ ਇਸ ਜ਼ਬੂਰ ਦੇ ਵਿੱਚ ਜਿਹੜਾ ਅਸੀਂ ਦੋ ਚੀਜ਼ਾਂ ਦੇਖਦੇ ਪਏ ਹਾਂ, ਕਿਉਂਕਿ ਇਹ ਪ੍ਰਭੂ ਦੇ ਮੰਦਿਰ ਦੇ ਵਿੱਚ ਇਹ ਜ਼ਬੂਰ ਗਾਏ ਜਾਂਦੇ ਸੀ ਔਰ ਇਹ ਅੱਜ ਦਾ ਦਿਨ ਜਿਹੜਾ ਸੰਡੇ ਦਾ ਦਿਨ ਸੀਗਾ, ਉਸ ਦਿਨ ਦਾ ਜ਼ਬੂਰ ਇਹ ਗਿਣਿਆ ਜਾਂਦਾ ਸੀ। ਇਸ ਦੇ ਨਾਲ ਹੀ ਦਿਨ ਸ਼ੁਰੂ ਕੀਤਾ ਜਾਂਦਾ ਸੀ, ਇਸ ਦੇ ਨਾਲ ਹੀ ਦਿਨ ਖਤਮ ਕੀਤਾ ਜਾਂਦਾ ਸੀ। ਸੋ ਅਸੀਂ ਜਿੱਦਾਂ ਅਸੀਂ ਪਿੱਛੇ ਦੇਖ ਕੇ ਹਟੇ ਕਿ ਪ੍ਰਭੂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਇਨਵੋਲਵਡ, ਪ੍ਰਭੂ ਕਿੱਦਾਂ ਛੋਟੀਆਂ ਵੱਡੀਆਂ, ਇਹ ਹੀ ਨਹੀਂ ਕਿ ਪ੍ਰਭੂ ਉਹਨਾਂ ਦੇ ਨਾਲ ਉਹਨਾਂ ਨੂੰ ਇਜਿਪਟ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ, ਜਾਂ ਉਸਨੇ ਅਬਰਾਹਮ ਨੂੰ ਸੰਤਾਨ ਦਿੱਤੀ ਆ, ਜਾਂ ਉਸਨੇ ਅੱਗੇ ਜਾ ਕੇ ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਯੂਸਫ ਦੇ ਲਈ ਵੱਡੇ ਕੰਮ ਕੀਤੇ ਆ। ਪ੍ਰਭੂ ਨੇ ਯੂਸਫ ਦੇ ਰਾਹੀਂ ਉਹ ਸਾਰੀ ਕੌਮ ਨੂੰ ਉੱਥੇ ਲੈ ਕੇ ਗਿਆ, ਉਹ ਵੱਡੇ ਕੰਮ, ਠੀਕ ਹੈ ਨਾ। ਸੋ ਪ੍ਰਭੂ ਸਿਰਫ ਵੱਡਿਆਂ ਕੰਮਾਂ ਦੇ ਵਿੱਚ ਨਹੀਂ, ਨਿੱਕਿਆਂ ਕੰਮਾਂ ਦੇ ਨਾਲ ਵੀ ਲੋਕਾਂ ਦੇ ਨਾਲ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਔਰ ਹਰ ਰੋਜ਼ ਦੀ ਜ਼ਿੰਦਗੀ ਦੇ ਫਿਕਰਾਂ ਦੇ ਵਿੱਚ ਪ੍ਰਭੂ ਉਹਨਾਂ ਦੇ ਨਾਲ। ਇਸ ਕਰਕੇ ਉਹ ਜਿਹੜੇ ਜ਼ਬੂਰ ਜਿੰਨੇ ਵੀ ਉੱਥੇ ਗਾਏ ਜਾਂਦੇ ਸੀ, ਉਹ ਹਰ ਇੱਕ ਚੀਜ਼ ਨੂੰ, ਛੋਟੀ ਵੱਡੀ ਚੀਜ਼ ਨੂੰ, ਜ਼ਿੰਦਗੀ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਸੀ। ਸੋ ਜਿਸ ਲਈ ਅਸੀਂ ਇਹਨਾਂ ਜ਼ਬੂਰਾਂ ਨੂੰ ਦੇਖਦੇ ਹਾਂ, ਸੋ ਇਹ ਦਾਊਦ ਦਾ ਭਜਨ, ਜਿਸ ਤਰ੍ਹਾਂ ਅਸੀਂ ਕੱਲ ਵੀ ਦੇਖਿਆ ਸੀਗਾ ਕਿ ਜਿਹੜੇ ਰਬਾਏ ਆ, ਜਿਹੜਾ ਯਹੂਦੀਆਂ ਦਾ ਜਿਹੜਾ ਕਲਚਰ ਆ, ਉਹਨਾਂ ਦੇ ਅਨੁਸਾਰ, ਕਿਉਂਕਿ ਬਹੁਤੇ ਜਿਹੜੇ ਜ਼ਬੂਰ ਸੀਗੇ ਉਹ ਸਿਰਫ ਦਾਊਦ ਦੇ ਲਿਖੇ ਨਹੀਂ ਸੀ। ਬਹੁਤ ਸਾਰੇ ਐਸੇ ਜ਼ਬੂਰ ਸੀਗੇ ਜਿਹੜੇ ਗਾਏ ਜਾਂਦੇ ਸੀਗੇ, ਲੇਕਿਨ ਉਹ ਇੱਕ ਤਰ੍ਹਾਂ ਦੇ ਜਿੱਦਾਂ ਸਾਡੇ ਲੋਕ ਗੀਤ ਆ, ਸਾਨੂੰ ਨਹੀਂ ਪਤਾ ਉਹ ਕਿਹਨੇ ਲਿਖਿਆ ਹੈ। ਕਈ ਲੋਕ ਗੀਤ ਸਾਡੇ ਐਸੇ ਆ, ਕਈ ਜਿਹੜੇ ਅਸੀਂ ਵਿਆਹਾਂ ਦੇ ਗੀਤ ਗਾਉਂਦੇ ਆ, ਸਾਨੂੰ ਨਹੀਂ ਪਤਾ ਉਹ ਕਿਹਨੇ ਲਿਖਿਆ। ਉਹ ਚੱਲਦੇ ਆ ਰਹੇ ਆ। ਇਸ ਤਰ੍ਹਾਂ ਇਸ ਉਜਾੜ ਦੇ ਵਿੱਚ ਜਿਸ ਲਈ ਪ੍ਰਭੂ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ ਸੀ, ਔਰ ਜਿਸ ਵੇਲੇ ਪ੍ਰਭੂ ਦੇ ਤੰਬੂ ਦੀ ਸੰਸਥਾਪਨਾ ਹੋ ਗਈ ਸੀ, ਪ੍ਰਭੂ ਦਾ ਜਿਹੜਾ ਪਵਿੱਤਰ ਤੰਬੂ ਜਿਹੜਾ ਲਗਾ ਦਿੱਤਾ ਗਿਆ ਸੀ, ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਜ਼ਬੂਰ ਆ ਜਿਹੜੇ ਉਹ ਗਾਏ ਜਾਂਦੇ ਸੀ, ਪੁਰੋਹਿਤਾਂ ਦੁਆਰਾ ਗਾਏ ਜਾਂਦੇ ਸੀ, ਔਰ ਉਹ ਆਮ ਗੀਤ ਉਹਨਾਂ ਦੇ ਲਈ ਬਣ ਗਏ ਸੀਗੇ।
ਔਰ ਬਹੁਤ ਸਾਰੇ ਫਿਰ ਉਹਨਾਂ ਦੇ ਵਿੱਚੋਂ, ਕਿਉਂਕਿ ਦਾਊਦ ਦਾ ਇੱਕ ਐਸਾ ਸਮਾਂ ਸੀ ਜਿਸ ਵੇਲੇ ਪ੍ਰਭੂ ਸ਼ਾਂਤੀ ਲੈ ਕੇ ਆਇਆ ਸੀ, ਦਾਊਦ ਨੇ ਬਹੁਤ ਸਾਰੇ ਉਹਨਾਂ ਨੂੰ ਲਿਖਤ ਰੂਪ ਜਿਹੜਾ ਦਿੱਤਾ ਸੀ ਉਹ ਦਾਊਦ ਨੇ ਦਿੱਤਾ ਸੀ। ਬਹੁਤ ਸਾਰੇ ਦਾਊਦ ਦੇ ਆਪਣੇ ਭਜਨ ਵੀ ਹੈ, ਲੇਕਿਨ ਬਹੁਤ ਸਾਰੇ ਐਸੇ ਆ ਜਿਹੜੇ ਪਹਿਲਾਂ ਵੀ ਗਾਏ ਜਾਂਦੇ ਸੀ। ਸੋ ਇਹ ਧਰਤੀ ਦੀ ਸਭ ਭਰਪੂਰੀ, ਸੰਸਾਰ ਦੇ ਸਭ ਕੁਝ ਜੋ ਕੁਛ ਆ ਪ੍ਰਭੂ ਦੇ। ਕੀ ਅਸੀਂ ਜਿਸ ਵੇਲੇ ਮੂਸਾ ਦਾ ਗੀਤ ਦੇਖਿਆ ਸੀਗਾ, ਉਹਦੇ ਵਿੱਚ ਵੀ ਇਹ ਕੁਛ ਹੈ। ਔਰ ਪ੍ਰਭੂ ਨੇ ਹੀ ਉਸ ਦੀਆਂ ਨੀਆਂ ਸਮੁੰਦਰ ਤੇ ਰੱਖੀਆਂ ਹਨ, ਉਸਨੇ ਹੀ ਪਾਣੀਆਂ ਦੀ ਸਥਾਪਨਾ। ਕਿੱਥੇ ਚਲੇ ਗਏ ਅਸੀਂ? ਵਾਪਸ ਚਲੇ ਗਏ ਉਤਪਤ ਦੀ ਪੋਥੀ ਚਲੇ ਗਏ, ਜਿੱਥੇ ਪ੍ਰਭੂ ਨੇ ਸਾਰਾ ਕੁਛ ਕੀਤਾ। ਉਸਨੇ ਕਿਹਾ ਮੈਂ ਇਕੱਲੇ ਨੇ ਸਭ ਕੁਛ ਕੀਤਾ, ਮੇਰੇ ਨਾਲ ਕੋਈ ਦੇਖਦਾ ਨਹੀਂ ਸੀ। ਬਾਪ, ਬੇਟਾ ਤੇ ਪਵਿੱਤਰ ਆਤਮਾ, ਬਸ ਇਹ ਇੱਕ ਜਿਹੜੀ ਪ੍ਰਭੂ ਦੀ ਸੀ, ਤਿੰਨਾਂ ਚੋਂ ਇੱਕ ਜਿਹੜਾ ਸੀ, ਤਿੰਨਾਂ ਤੋਂ ਜਿਹੜਾ ਇੱਕ ਬਣਦਾ ਸੀ, ਇਹ ਉੱਥੇ ਸੀ। ਪ੍ਰਭੂ ਦੇ ਪਹਾੜ ਤੇ ਕੌਣ ਚੜ ਸਕਦਾ? Now it comes, ਕੌਣ ਉਹਦੀ ਹਜ਼ੂਰੀ ਚ ਜਾ ਸਕਦਾ? ਔਰ ਇਹ ਮੂਸਾ ਜਿਹੜਾ ਉੱਥੇ ਆ, ਜਿਹੜਾ ਪ੍ਰਭੂ ਦੇ ਪਹਾੜ ਤੇ ਜਾਂਦਾ ਪਿਆ ਔਰ ਉੱਥੇ ਜਾ ਕੇ ਪ੍ਰਭੂ ਦਾ ਨਿਯਮ ਲੈ ਕੇ ਆਉਂਦਾ ਪਿਆ, ਇਹ ਉਸ ਸਮੇਂ ਦੀ ਗੱਲ ਹੋ ਰਹੀ ਹੈ। ਕੌਣ ਪ੍ਰਭੂ ਦੇ ਪਹਾੜ ਤੇ ਜਾ ਸਕਦਾ ਹੈ? ਉਸ ਦੇ ਪਵਿੱਤਰ ਥਾਂ ਤੇ ਕੌਣ ਖੜਾ ਰਹਿ ਸਕਦਾ ਹੈ? ਕੀ ਅਸੀਂ ਦੇਖਿਆ? ਪ੍ਰਭੂ ਨੇ ਜਿਸਲੇ ਉਹਨਾਂ ਨੂੰ ਕੂਚ ਦੇ 20ਵੇਂ ਭਾਗ ਦੇ ਵਿੱਚ ਨਿਯਮ ਦਿੱਤਾ ਤੇ ਉਸਨੇ 10 ਨਿਯਮ ਉਹਨਾਂ ਨੂੰ ਦਿੱਤੇ, ਤਾਂ ਉਹ ਪ੍ਰਭੂ ਦੀ ਆਵਾਜ਼ ਨੂੰ ਸੁਣ ਕੇ, ਬਿਜਲੀਆਂ ਲਿਸ਼ਕਦੀਆਂ, ਨਗਾੜਿਆਂ ਦੀ ਆਵਾਜ਼ ਨੂੰ, ਪ੍ਰਭੂ ਦੀ ਹਜ਼ੂਰੀ ਜਿਹੜੀ ਆਉਂਦੀ, ਉਹ ਲੋਕ ਦੇਖ ਕੇ ਡਰ ਗਏ। ਤਾਂ ਉਹਨਾਂ ਨੇ ਕਿਹਾ ਕਿ ਤੂੰ ਹੀ ਜਾਇਆ ਕਰ ਭਾਈ, ਤੂੰ ਹੀ ਪ੍ਰਭੂ ਤੋਂ ਲੈ ਆਇਆ ਕਰ, ਤੂੰ ਆ ਕੇ ਸਾਨੂੰ ਦੱਸ ਦਿਆ ਕਰ, ਅਸੀਂ ਕਰ ਲਿਆ। ਪਰ ਮੂਸਾ ਕਹਿੰਦਾ ਇਹ ਤੁਹਾਡਾ ਪ੍ਰਭੂ ਆ, ਇਹ ਤੁਹਾਡਾ ਪ੍ਰਭੂ ਆ, ਇਹ ਤੁਹਾਡਾ ਪਰਮੇਸ਼ਵਰ ਆ, ਇਸ ਦੀ ਸੁਣੋ। ਲੇਕਿਨ ਉਹ ਕਹਿੰਦਾ ਕੌਣ ਉਸਦੇ ਸਾਹਮਣੇ ਖੜਾ ਰਹਿ ਸਕਦਾ? ਹਾਂ, ਉਹ ਮਨੁੱਖ ਜਿਸਦੇ ਹੱਥ ਸ਼ੁੱਧ ਹਨ, ਜਿਸਦਾ ਮਨ ਨਿਰਮਲ, ਜੋ ਦੂਜਿਆਂ ਨਾਲ ਚਲਾਕੀ ਨਹੀਂ ਕਰਦਾ, ਜੋ ਧੋਖਾ ਦੇਣ ਦੇ ਲਈ ਸੌਂ ਨਹੀਂ ਖਾਂਦਾ, ਉਹ ਮਨੁੱਖ ਅਸੀਸ ਪ੍ਰਾਪਤ ਕਰੇਗਾ। ਮੁਕਤੀ ਦਾਤਾ ਪਰਮੇਸ਼ਵਰ ਉਸਨੂੰ ਉਚਿਤ ਠਹਿਰਾਏਗਾ। ਅਬਰਾਹਮ ਤੇ ਅਸੀਂ ਵਾਪਸ ਆ ਗਏ। ਅਬਰਾਹਮ ਨੂੰ ਉਸਨੇ ਕਿਹਾ ਸੀ ਬਾਹਰ ਨਿਕਲ, ਦੇਖ ਤਾਰਿਆਂ ਦੀ ਗਿਣਤੀ ਕਰ, ਤੂੰ ਕਰ ਸਕਦਾ? ਅਬਰਾਹਮ ਨੇ ਕਿਹਾ ਕਿ ਨਹੀਂ, ਤੈਨੂੰ ਮੈਂ ਇੰਨੀ ਸੰਤਾਨ ਦਊਂਗਾ, ਇਸ ਗਿਣਤੀ ਦੇ ਵਿੱਚ ਤੇਰੀ ਸੰਤਾਨ ਹੋਏਗੀ। ਠੀਕ, ਹੁਣ ਅਸੀਂ ਕੀ ਦੇਖਦੇ ਪਏ ਦੁਨੀਆ ਦੇ ਵਿੱਚ? ਬੇਸਿਕਲੀ ਇਸ਼ਮਾਇਲ ਔਰ ਦੀ ਸੰਤਾਨ ਜੋ ਅਬਰਾਹਮ ਤੋਂ ਜਾਂ ਉਹ ਜਿਹੜੇ ਮੋਸਟਲੀ ਅਸੀਂ ਦੇਖਦੇ ਪਏ ਹਾਂ, ਜਿੰਨੇ ਵੀ ਅਰਬ ਕੰਟਰੀ ਅਸੀਂ ਦੇਖਦੇ ਪਏ, ਰਾਈਟ, ਬੇਸਿਕਲੀ ਇਸ਼ਮਾਇਲ ਦੀ ਸੰਤਾਨ ਤੋਂ, ਜਾਂ ਜਿਹੜੀ ਕਟੂਰਾ ਦੇ 7 ਪੁੱਤਰ ਜਿਹੜੇ ਸੀਗੇ, ਉਹਨਾਂ ਦੀਆਂ ਸੰਤਾਨਾਂ ਦੇ ਨਾਲ ਉਹ ਦੇਸ਼ ਫੈਲੇ, ਉਹਨਾਂ ਦੇ ਵਿੱਚ ਉਹ ਸਾਰਾ ਕੁਛ ਮੰਨਿਆ ਜਾਂਦਾ। ਠੀਕ, ਯਹੂਦੀ, ਪ੍ਰਭੂ ਦੇ ਲੋਕ, ਕ੍ਰਿਸਚਨ, ਅਗਰ ਸਾਰੀ ਦੁਨੀਆ ਦੇ ਵਿੱਚ ਕ੍ਰਿਸਚਨਾਂ ਨੂੰ ਗਿਣਿਆ ਜਾਵੇ, ਯਹੂਦੀਆਂ ਨੂੰ ਗਿਣਿਆ ਜਾਵੇ, ਪਲੱਸ ਮੁਸਲਮਾਨਾਂ ਨੂੰ ਗਿਣਿਆ ਜਾਵੇ, ਤਾਂ ਅਸੀਂ ਦੇਖਦੇ ਪਏ ਹਾਂ ਅਬਰਾਹਮ ਦੀ ਸੰਤਾਨ ਤਾਰਿਆਂ ਦੇ ਵਾਂਗ, ਇੰਨੀ ਸੰਤਾਨ ਪ੍ਰਭੂ ਨੇ ਉਸਨੂੰ ਬਖਸ਼ਿਆ। ਸੋ ਉਹ ਕੀ ਕਹਿ ਰਿਹਾ ਕਿ ਉਸਨੇ ਵਿਸ਼ਵਾਸ ਕੀਤਾ, ਕੋਈ ਨਹੀਂ ਉਸਦੇ ਕੋਲ ਹਾਲੇ ਤੱਕ ਕੋਈ ਸੰਤਾਨ ਨਹੀਂ, ਉਸਨੇ ਵਿਸ਼ਵਾਸ ਕੀਤਾ, ਪ੍ਰਭੂ ਨੇ ਉਸਨੂੰ ਉਚਿਤ ਠਹਿਰਾਇਆ, ਪ੍ਰਭੂ ਨੇ ਉਸਨੂੰ ਉਚਿਤ ਠਹਿਰਾਇਆ। ਸੋ ਇਹ ਚੀਜ਼ ਆ, ਇਹੋ ਜਿਹੇ ਲੋਕ ਪ੍ਰਭੂ ਦੀ ਖੋਜ ਕਰਦੇ ਹਨ, ਉਹ ਯਾਕੂਬ ਦੇ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਚਾਹਵਾਨ ਰਹਿੰਦੇ ਹਨ। ਸੋ ਹੁਣ ਜਿਹੜਾ ਗੀਤ ਆਇਆ ਉਹ ਹੈ ਰੱਬ ਖੁਦਾਵੰਦ ਬਾਦਸ਼ਾਹ ਹੈ, ਜਿਹੜਾ ਅਸੀਂ ਗੀਤ ਗਾਉਂਦੇ। ਹੇ ਫਾਟਕੋ ਤੁਸੀਂ ਉੱਚੇ ਹੋ ਜਾਵੋ, ਹੇ ਦਰਵਾਜ਼ਿਓ ਤੁਸੀਂ ਖੁੱਲੇ ਹੋ ਜਾਵੋ, ਜੋ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਇਹ ਜਿਹੜੀਆਂ ਜਿਸ ਵੇਲੇ ਇਹ ਹਿੱਸੇ ਗਾਏ ਜਾਂਦੇ ਸੀਗੇ, ਤਾਂ ਇੱਕ
ਬਹੁਤ ਜਿਹੜਾ ਮਿਊਜ਼ਿਕ ਦੀ ਟੀਮ ਹੁੰਦੀ ਸੀ, ਪੂਰਾ ਜੋਰਾਂ ਸ਼ੋਰਾਂ ਦਾ ਪਤਾ ਲੱਗਦਾ ਸੀ ਕਿ ਮੰਦਿਰ ਦੇ ਵਿੱਚ ਵਰਸ਼ਿਪ ਹੋ ਰਹੀ ਆ। ਸੋ ਇਹ ਫਾਟਕੋ ਤੁਸੀਂ ਉੱਚੇ ਹੋ ਜਾਓ, ਇਹ ਦਰਵਾਜ਼ੇ ਤੁਸੀਂ ਖੁੱਲੇ ਹੋ ਜਾਓ, ਜੋ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਹਾਂ, ਇਹ ਪ੍ਰਭੂ ਹੈ। ਉਹ ਸ਼ਕਤੀਸ਼ਾਲੀ ਅਤੇ ਬਲਵੰਤ ਹੈ ਅਤੇ ਯੁੱਧਾਂ ਦੇ ਵਿੱਚ ਮਹਾਨ ਬਲੀ ਹੈ। ਜਿੱਦਾਂ ਸਾਡੇ ਭਰਾ ਨੇ ਕਿਹਾ ਕਿ ਉਸਨੇ ਹਾਲੇ ਤੱਕ ਤਾਂ ਕੋਈ ਯੁੱਧ ਹਾਰਿਆ ਜੇ ਅਸੀਂ ਜੰਗ ਉਹਦੇ ਹੱਥਾਂ ਦੇ ਵਿੱਚ ਦੇ ਦਿੰਦੇ ਹਾਂ। ਜੇ ਸਾਡੀ ਜੰਗ ਦਾ ਸੈਨਾਪਤੀ ਉਹ ਤੇ ਫਿਰ ਸਾਡੀ ਕੋਈ ਜੰਗ ਨਹੀਂ ਹਾਰਦੀ। ਜਿੱਦਾਂ ਦੇ ਵਿੱਚ ਮਹਾਬਲੀ ਹੈ। ਇਹ ਫਾਟਕੋ ਤੁਸੀਂ ਉੱਚੇ ਹੋ ਜਾਓ, ਇਹ ਦਰਵਾਜ਼ੇ ਤੁਸੀਂ ਖੁੱਲੇ ਹੋ ਜਾਓ, ਤਾਂ ਮਹਾਪ੍ਰਤਾਪੀ ਰਾਜਾ ਅੰਦਰ ਆਏ। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਫੌਜਾਂ ਦਾ ਪ੍ਰਭੂ ਹੈ। ਇਹ ਮਹਾਪ੍ਰਤਾਪੀ ਰਾਜਾ ਹੈ। ਵਰਸ਼ਿਪ ਚੱਲਦੀ ਪਈ ਆ, ਲੋਕਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਆ। ਇਸ ਵੇਲੇ ਉਜਾੜ ਦੇ ਵਿੱਚ ਉਹਨਾਂ ਨੂੰ ਸਾਰੀਆਂ ਚੀਜ਼ਾਂ ਸਿਖਾਈਆਂ ਜਾ ਰਹੀਆਂ। ਕੌਮ ਗੁਲਾਮੀ ਚੋਂ ਨਿਕਲ ਕੇ ਆਈ ਆ ਸਾਰੀ ਕੌਮ ਇਹ, ਔਰ ਉਹਨਾਂ ਨੂੰ ਜਿੱਥੇ ਉਹ ਜਾ ਰਹੇ ਆ ਉੱਥੇ ਵਸਣ ਦੇ ਲਈ ਤਿਆਰੀ ਦਿੱਤੀ ਜਾ ਰਹੀ। ਕੱਲੀ ਕੱਲੀ ਚੀਜ਼ ਸਿਖਾਈ ਜਾ ਰਹੀ। ਉੱਥੇ ਦੀਆਂ ਜਿਹੜੀਆਂ ਪ੍ਰੋਬਲਮਾਂ ਆ ਉਹ ਸਮਝਾਈਆਂ ਜਾ ਰਹੀਆਂ ਕਿ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਇਹ ਪ੍ਰੋਬਲਮਾਂ ਹੈਗੀਆਂ। ਉੱਥੇ ਦੀ ਧਰਤੀ ਨੂੰ ਆਹ ਪ੍ਰੋਬਲਮਾਂ ਆ, ਉੱਥੇ ਇਸ ਤਰ੍ਹਾਂ ਦੀਆਂ ਮੁਸੀਬਤਾਂ। ਜੇ ਤੁਹਾਡੇ ਨਾਲ ਉਹ ਹੋਣ ਤੇ ਤੁਸੀਂ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਨਾਲ ਨਿਪਟਣਾ। ਇਹ ਚੀਜ਼ ਅਸੀਂ ਦੇਖਦੇ ਪਏ ਹਾਂ। ਹਾਲੇ ਉੱਥੇ ਪਹੁੰਚੇ ਨਹੀਂ, ਲੇਕਿਨ ਪ੍ਰਭੂ ਉਹਨਾਂ ਦੀ ਉੱਥੇ ਜਿੱਥੇ ਉਹ ਲੈ ਕੇ ਉਸਨੇ ਜਾਣਾ ਵਾਅਦੇ ਦੀ ਧਰਤੀ ਤੇ, ਉਸ ਦੀ ਤਿਆਰੀ ਉਹਨਾਂ ਨੂੰ ਕਰਾ ਰਿਹਾ। And that is the main thing. That is the main thing ਜਿਸ ਲਈ ਅਸੀਂ ਇਹਨਾਂ ਹਿੱਸਿਆਂ ਨੂੰ ਦੇਖਦੇ ਪਏ। ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਚ ਦੇ। ਪਿਆਰੇ ਪ੍ਰਭੂ, ਤੇਰਾ ਅਸੀਂ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੀ ਤੇ ਤੂੰ ਪ੍ਰਭੂ ਜੀ ਸਾਡੇ ਆਉਣ ਵਾਲਿਆਂ, ਜਿੱਥੇ ਅਸੀਂ ਜਾ ਰਹੇ ਹਾਂ, ਜਿੱਥੇ ਸਾਡੀ ਯਾਤਰਾ ਜਾ ਰਹੀ ਹੈ, ਤੂੰ ਸਾਨੂੰ ਉੱਥੇ ਦੇ ਲਈ ਤੂੰ ਤਿਆਰੀ ਕਰ। ਹਰ ਰੋਜ਼ ਤੂੰ ਸਾਨੂੰ ਸੰਭਾਲਦਾ ਪਿਆ ਖੁਦਾਵੰਦ। ਸਾਡੇ ਲਈ ਤੂੰ ਜਿੱਤਾਂ ਪੈਦਾ ਕਰਦਾ ਪਿਆ। ਬਹੁਤ ਸਾਰੀਆਂ ਚੀਜ਼ਾਂ ਸਾਡੀ ਸਮਝ ਤੋਂ ਬਾਹਰ ਆ ਖੁਦਾਵੰਦ, ਲੇਕਿਨ ਪ੍ਰਭੂ ਜੀ ਤੇਰੇ ਵਿੱਚ ਸਾਨੂੰ ਇੰਨਾ ਪਤਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਤਾਂ ਨਹੀਂ, ਲੇਕਿਨ ਸਾਨੂੰ ਪਤਾ ਜਿੱਤ ਸਾਡੇ ਪ੍ਰਭੂ ਦੀ ਆ। ਅਸੀਂ ਆਪਣੇ ਬੱਚਿਆਂ ਨੂੰ ਪ੍ਰਭੂ ਜੀ ਤੇਰੇ ਹੱਥਾਂ 'ਚ ਦਿੰਦੇ। ਵੱਡੇ ਹੋ ਗਏ ਖੁਦਾਵੰਦ ਹੋਣੇ, ਔਰ ਛੋਟਿਆਂ ਨੂੰ ਵੀ ਤੇਰੇ ਪ੍ਰਭੂ ਹੱਥਾਂ ਦੇ ਵਿੱਚ ਲਹੂ ਦੇ ਵਿੱਚ ਛੁਪਾਉਣੇ ਖੁਦਾਵੰਦ। ਪਾਲਣ ਵਾਲਾ ਪ੍ਰਭੂ ਜੀ ਤੂੰ ਆ, ਸਾਡਾ ਤਾਂ ਨਾਮ ਲੱਗਦਾ। ਪਿਆਰੇ ਪ੍ਰਭੂ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ। ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਆਪਣੇ ਸਾਰੇ ਸਮੇਂ ਨੂੰ ਅਸੀਂ ਤੇਰੇ ਹੱਥਾਂ ਦੇ ਵਿੱਚ ਦੇਣੇ। ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਆਪਣੇ ਤਨ ਨੂੰ ਤੰਦਰੁਸਤੀ ਦਾ ਦਾਨ ਪ੍ਰਭੂ ਜੀ ਤੇਰੇ ਕੋਲ ਮੰਗਦੇ ਹਾਂ। ਔਰ ਪ੍ਰਭੂ ਜੀ ਆਪਣੀ ਜ਼ਿੰਦਗੀ ਦੇ ਲਈ ਰਾਖੀ ਤੇਰੇ ਕੋਲ। ਇਹ ਸਭ ਕੁਛ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਹਾਂ। ਸਾਰੇ ਬਲੈਸ ਯੂ। ਟਿਊਜ਼ਡੇ ਨੂੰ ਮਿਲਾਂਗੇ ਔਰ ਟਿਊਜ਼ਡੇ ਨੂੰ ਹੁਣ ਅਸੀਂ ਬਾਕੀ ਦਾ ਹਿੱਸਾ ਅੱਗੇ ਲੈ ਕੇ ਜਾਵਾਂਗੇ। ਔਰ ਅਗਰ ਤੁਸੀਂ, ਮੈਂ ਤੁਹਾਨੂੰ ਜਿਹੜਾ ਕੱਲ ਦੇ ਲਈ ਜਿਹੜਾ ਹੈ ਜ਼ਬੂਰ 48 ਤੁਸੀਂ ਕੱਲ ਨੂੰ ਪੜ੍ਹ ਸਕਦੇ ਹੋ। 48 ਜਿਹੜਾ 48ਵਾਂ ਜ਼ਬੂਰ ਆ, ਉਹ ਮੰਦਿਰ ਦੇ ਵਿੱਚ ਮੰਡੇ ਨੂੰ ਗਾਇਆ ਜਾਂਦਾ ਸੀ। ਬਲੈਸ ਯੂ। ਪ੍ਰਭੂ ਤੁਹਾਨੂੰ ਸਭ